ਸਾਡੇ ਕੋਲ ਉੱਥੇ ਕਈ DGP ਨੇ। ਹੁਣ ਕਹਿੰਦੇ ਕਿ ਦਰਜਨ ਤੋਂ ਵੱਧ DGP ਨੇ। ਜੇਲ੍ਹਾਂ ਦਾ DGP ਅੱਡ ਹੈ, ਟ੍ਰੇਨਿੰਗ ਦਾ DGP ਅੱਡ ਹੈ, ਅਤੇ ਇਸੇ ਤਰੀਕੇ ਨਾਲ ਜਿਹੜਾ ਪੁਲਿਸ ਫੋਰਸ ਦਾ ਜਿਹੜਾ ਕਿ ਆਪਣੇ ਲਾ ਇਨਫੋਰਸ ਕਰਦੇ ਨੇ ਪੁਲਿਸ ਆਫਿਸਰਸ, ਉਹਨਾਂ ਦਾ DGP ਵੱਖਰਾ ਹੈ। ਸੋ DGP ਕਈ ਨੇ, DGP ਰੈਂਕ ਦੇ ਜਿਹੜੇ ਲੋਕ ਨੇ। ਪਹਿਲਾਂ ਜਿਹੜਾ ਡਾਇਰੈਕਟਰ ਜਨਰਲ ਪੁਲਿਸ ਇੱਕੋ ਹੀ ਹੋਇਆ ਕਰਦਾ ਸੀ ਸਾਰੇ ਪੰਜਾਬ ਦੇ ਵਿੱਚ। ਸੋ ਹੁਣ ਜਿਹੜੀਆਂ ਤਰੱਕੀਆਂ ਦੇ ਕਿਤੇ ਵੱਖਰਾ ਸਿਸਟਮ ਬਣ ਗਿਆ ਹੈ। ਇਸ ਸੰਬੰਧ ਦੇ ਵਿੱਚ ਅੱਜ ਗੱਲਬਾਤ ਹੋਵੇਗੀ। ਮੂਸੇਵਾਲੇ ਦੇ ਕੇਸ ਨੇ ਪੁਲਿਸ ਵੱਲ ਬਹੁਤ ਜ਼ਿਆਦਾ ਲੋਕਾਂ ਦਾ ਧਿਆਨ ਖਿੱਚਿਆ, ਔਰ ਖ਼ਾਸ ਤੌਰ ਦੇ ਉੱਤੇ ਕਿ ਇੱਕ ਕਤਲ ਪਿੰਡ ਜਵਾਰਕੇ 'ਚ ਹੁੰਦਾ, ਪੰਜਾਬ ਦੇ ਵਿੱਚ ਹੁੰਦਾ, ਅਤੇ ਗ੍ਰਿਫਤਾਰੀਆਂ ਦਿੱਲੀ ਦੀ ਪੁਲਿਸ ਕਰ ਰਹੀ ਹੈ। ਪੰਜਾਬ ਪੁਲਿਸ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਕਰਨ ਦੇ ਵਿੱਚ ਸਫਲ ਨਹੀਂ ਹੋ ਸਕੀ। ਇਸ ਤੋਂ ਬਿਨਾਂ ਜਿਹੜੀ ਅੱਜ ਟੈਣਾ ਸਾਹਿਬ ਗੱਲਬਾਤ ਕਰ ਰਹੇ ਸੀ ਪੁਲਿਸ ਦੀ ਫਿਟਨੈਸ ਦੀ ਅਤੇ ਪੁਲਿਸ ਦੀ ਐਬਿਲਿਟੀ ਦੀ, ਕਿਉਂਕਿ ਪੰਜਾਬ ਦੀ ਪੁਲਿਸ ਦਾ ਬਹੁਤ ਬੋਲਬਾਲਾ ਰਿਹਾ ਹੈ। ਹੁਣ ਲੇਟਲੀ ਪੰਜਾਬ ਪੁਲਿਸ ਬਾਰੇ ਜਿਹੜੇ ਆਮ ਪਬਲਿਕ ਦੇ ਵਿੱਚ ਤੁਸੀਂ ਦੇਖੋ ਕਿੰਨੀਆਂ ਵੀਡੀਓਜ਼ ਇਹੋ ਜਿਹੀਆਂ ਆ ਗਈਆਂ ਨੇ ਜਿੱਥੇ ਆਮ ਲੋਕ ਪੁਲਿਸ ਦੀ ਵਰਦੀ ਪਾੜਨ ਨੂੰ ਫਿਰਦੇ ਨੇ ਜਾਂ ਪਾੜ ਦਿੱਤੀ ਹੈ। ਜੇ ਉਹ ਆਪਣੇ ਆਪ ਨੂੰ ਡਿਫੈਂਡ ਕਰਦਾ ਗੋਲੀ ਚਲਾਉਂਦੇ ਨੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਪੁਲਿਸ ਦੇ ਮਗਰ ਪੈ ਜਾਂਦੇ ਨੇ। ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਰਤੇਸ਼ ਜੀ ਨਾਲ ਅੱਜ ਕਰਨ ਵਾਲੀਆਂ ਨੇ। ਖ਼ਾਸ ਤੌਰ ਦੇ ਉੱਤੇ ਇੰਨੀਆਂ ਤਬਦੀਲੀਆਂ ਕਿਉਂ ਕੀਤੀਆਂ ਜਾ ਰਹੀਆਂ ਪੰਜਾਬ ਪੁਲਿਸ ਦੀ ਹਾਈ ਕਮਾਂਡ ਦੇ ਵਿੱਚ। ਰਤੇਸ਼ ਲੱਕੀ ਜੀ ਇੱਕ ਇਨਵੈਸਟੀਗੇਟਿਵ ਜਰਨਲਿਸਟ ਨੇ ਸਾਡੇ ਰੈਡ FM ਦੇ, ਅਤੇ ਉਹਨਾਂ ਨਾਲ ਗੱਲਬਾਤ ਅਕਸਰ ਤੁਸੀਂ ਸੁਣਦੇ ਰਹਿੰਦੇ ਹੋ, ਔਰ ਉਹਨਾਂ ਦੀਆਂ ਬੜੀਆਂ ਦਿਲਚਸਪ ਗੱਲਾਂ ਹੁੰਦੀਆਂ ਨੇ ਅਤੇ ਬਹੁਤ ਹੀ ਖੋਜ ਭਰਪੂਰ ਉਹਨਾਂ ਨੇ ਆਪਣੇ YouTube ਦੇ ਚੈਨਲ ਦੇ ਉੱਤੇ ਵੀ ਰਤੇਸ਼ ਜੀ ਨੇ ਕਈ ਗੈਂਗਸਟਰ ਦੀਆਂ ਜਿਹੜੀਆਂ ਖੋਜ ਕਰਨ ਤੋਂ ਪਿੱਛੋਂ ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਜਿਹੜੀਆਂ ਸਾਰੀਆਂ ਇਨਫੋਰਮੇਸ਼ਨ ਹੈ ਉਹ ਵੀ ਉਹਨਾਂ ਦੀ ਪਾਈ ਹੋਈ ਹੈ। ਰਤੇਸ਼ ਲੱਕੀ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਸਤਿ ਸ਼੍ਰੀ ਅਕਾਲ ਥਿੰਡ ਸਾਹਿਬ, ਰੈਡ FM ਦੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਸਤਿ ਸ਼੍ਰੀ ਅਕਾਲ ਜੀ। ਅੱਜ ਮੂਸੇਵਾਲਾ ਜੀ ਦੇ ਜਿਹੜੇ ਪਿਤਾ ਜੀ ਨੇ ਸਰਦਾਰ ਬਲਕੌਰ ਸਿੰਘ, ਉਹਨਾਂ ਦੀ ਇੱਕ ਸਟੇਟਮੈਂਟ ਆਈ ਹੈ ਕਿ ਪੰਜਾਬ ਦੀ ਸਰਕਾਰ ਦੇ ਪੈਰਲਲ ਇੱਕ ਗੈਂਗਸਟਰਾਂ ਦੀ ਸਰਕਾਰ ਚੱਲ ਰਹੀ ਹੈ। ਹੁਣ ਲੇਟਲੀ ਜਿਹੜੀ ਪੰਜਾਬ ਪੁਲਿਸ ਦੀ ਪਰਫੋਰਮੈਂਸ ਹੈ ਉਹਦੇ 'ਤੇ ਕਈ ਕਿਸਮ ਦੇ ਸਵਾਲ ਉੱਠਣੇ ਸ਼ੁਰੂ ਹੋਏ ਨੇ, ਅਤੇ ਪਿਛਲੇ 6 ਮਹੀਨਿਆਂ ਦੇ ਵਿੱਚ 5 DGP ਬਦਲ ਗਏ ਨੇ। ਇਸ ਸੰਬੰਧ ਦੇ ਵਿੱਚ ਪੁਲਿਸ ਦੀ ਪਰਫੋਰਮੈਂਸ ਅਤੇ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਬਾਰੇ ਸਾਨੂੰ ਹੋਰ ਜਾਣਕਾਰੀ ਦਿਓ। ਥਿੰਡ ਸਾਹਿਬ, ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਪੰਜਾਬ ਦੇ ਜਿਹੜੇ ਨਵੇਂ ਡਾਇਰੈਕਟਰ ਜਨਰਲ ਆਫ ਪੁਲਿਸ ਹੈਗੇ ਨੇ, ਜੋ ਕਿ ਬੇਸਿਕਲੀ ਤਾਂ ਆਫੀਸ਼ੀਏਟਿੰਗ DGP ਹੈਗੇ ਨੇ, ਗੌਰਵ ਯਾਦਵ, ਉਹਨਾਂ ਨੇ ਅੱਜ ਟੇਕ ਓਵਰ ਕੀਤਾ ਹੈ। ਅਤੇ ਪਿਛਲੇ 9 ਮਹੀਨਿਆਂ ਦੇ ਵਿੱਚ ਪੰਜਾਬ ਨੂੰ 5ਵਾਂ DGP ਮਿਲਿਆ। ਅਤੇ ਕੋਈ ਸਮਾਂ ਹੋਇਆ ਕਰਦਾ ਸੀ ਜਦੋਂ ਪੰਜਾਬ ਦੇ DGP ਦੇ ਅਹੁਦੇ 'ਤੇ ਬੈਠਣਾ ਇੱਕ ਬੜੇ ਮਾਣ ਦੀ ਵੀ ਗੱਲ ਹੁੰਦੀ ਸੀ ਅਤੇ ਬੜੀ ਇੱਕ ਉਹਦੇ 'ਚ ਇੱਕ ਸ਼ਕਤੀ ਹੋਇਆ ਕਰਦੀ ਸੀ। ਲੇਕਿਨ ਸਮੇਂ ਦੇ ਨਾਲ ਨਾਲ ਅਸੀਂ ਦੇਖ ਰਹੇ ਵੀ ਪੰਜਾਬ ਪੁਲਿਸ ਦਾ ਜਿਹੜਾ ਲੈਵਲ ਹੈ, ਕੁਛ ਤਾਂ ਖਾਨਾ ਜੰਗੀ ਨੇ ਮਾਰਿਆ, ਅਤੇ ਪਿਛਲੇ 9 ਮਹੀਨਿਆਂ ਦੇ ਵਿੱਚ ਇੱਕ ਬੜੀ ਵੱਡੇ ਪੱਧਰ ਦੀ ਗਿਰਾਵਟ ਜਿਹੜੀ ਹੈ ਵੇਖਣ ਨੂੰ ਮਿਲੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਇੱਕ ਤੋਂ ਬਾਅਦ ਇੱਕ DGP ਬਦਲਦੇ ਗਏ, ਕੁਛ ਤਾਂ ਬਦਲਾਅ ਅਜਿਹੇ ਰਹੇ ਜੋ ਕਿ ਸਿਆਸੀ ਕਾਰਨਾਂ ਕਰਕੇ ਰਹੇ। ਲੇਕਿਨ ਇਹਨਾਂ 9 ਮਹੀਨਿਆਂ ਦੇ ਵਿੱਚ 5ਵਾਂ DGP ਮਿਲਣਾ, ਉਹ ਵੀ ਆਫੀਸ਼ੀਅਲ DGP ਨੇ। ਕਿੰਨੇ ਦਿਨ ਰਹਿਣਗੇ, ਹਾਲਾਂਕਿ ਇਹ ਸੰਭਵ ਹੈ ਕਿ ਮੈਕਸੀਮਮ 6 ਮਹੀਨੇ ਦਾ ਸਮਾਂ ਹੁੰਦਾ ਹੈ, 6 ਮਹੀਨੇ ਤੱਕ ਉਹ ਆਫੀਸ਼ੀਏਟ ਕਰ ਸਕਦੇ ਨੇ। ਅਤੇ ਇਸ ਤੋਂ ਪਹਿਲਾਂ ਇੱਕ ਪੈਨਲ ਦਾ ਨਾਂ ਭੇਜਣਾ ਹੋਏਗਾ। 3 IPS ਅਫਸਰਾਂ ਦੇ ਜਿਹੜੇ ਸੀਨੀਅਰ ਮੋਸਟ ਹੋਣਗੇ, ਉਹਨਾਂ ਦਾ ਨਾਂ ਜਾਏਗਾ ਸੈਂਟਰਲ ਕੋਲ, UPSC ਕੋਲ। ਉਸ ਦੇ ਪੈਨਲ ਵੱਲੋਂ ਫਿਰ ਉਹਨਾਂ ਦੇ ਨਾਂ ਉੱਤੇ ਇੱਕ ਮੋਹਰ ਲਾਈ ਜਾਏਗੀ, ਜਿਸ ਤੋਂ ਬਾਅਦ ਕਿ ਚੁਆਇਸ ਕਰਨੀ ਹੋਏਗੀ। 3 ਨਾਂ 'ਚੋਂ ਇੱਕ ਨਾਂ ਚੂਜ਼ ਕਰਨਾ ਹੋਏਗਾ। ਫਿਰ ਉਹ ਪੰਜਾਬ ਸਰਕਾਰ ਦਾ ਪ੍ਰੈਰੋਗੇਟਿਵ ਹੁੰਦਾ ਹੈ। ਸੋ ਉਸ ਹਿਸਾਬ ਦੇ ਨਾਲ ਵੀ ਕੁਛ ਅਫਸਰਾਂ ਦੇ ਨਾਂ ਹੁਣ ਭੇਜੇ ਜਾਣਗੇ, ਅਤੇ ਪੋਸੀਬਲ ਹੈ ਕਿ ਸ਼ਾਇਦ ਕੁਛ ਮਹੀਨਿਆਂ ਬਾਅਦ ਫਿਰ ਇੱਕ ਤਬਦੀਲੀ ਹੋਵੇ। ਅਤੇ ਜੇ ਤਬਦੀਲੀ ਹੁੰਦੀ ਹੈ ਤਾਂ 6ਵਾਂ DGP ਹੋਏਗਾ। ਸੋ ਇੱਕ ਲੈਕ ਆਫ ਜਿਹੜੀ ਕਮਾਂਡ ਹੈ ਜਾਂ ਲੈਕ ਆਫ ਕੰਸਿਸਟੈਂਸੀ ਜਿਹੜੀ ਹੈ, ਉਹ ਪੰਜਾਬ ਪੁਲਿਸ ਫੋਰਸ ਦੀ ਲੀਡਰਸ਼ਿਪ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ। ਅਤੇ ਮੈਂ ਇਸ ਨੂੰ ਹਮੇਸ਼ਾ ਹੀ ਇੱਕ ਲੀਡਰਸ਼ਿਪ ਦਾ ਸੰਕਟ ਕਹਾਂਗਾ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਬਹੁਤ ਲੰਮਾ ਸਮਾਂ ਪੰਜਾਬ ਦੇ ਬੜੇ ਤਜਰਬੇਕਾਰ DGP ਰਹੇ ਨੇ, ਅਤੇ ਪੰਜਾਬ ਖਾੜਕੂਵਾਦ ਦੇ ਦੌਰ ਦੇ ਵਿੱਚੋਂ ਲੰਘਿਆ ਹੈ, ਅਤੇ ਉਸ ਵਕਤ ਇੱਕ ਬੜੀ ਲੰਮੀ ਚੌੜੀ ਲੜਾਈ ਲੜੀ ਗਈ ਹੈ। ਲੇਕਿਨ ਇਸ ਵਕਤ ਮੋਰਾਲ ਜਿਹੜਾ ਹੈ ਪੁਲਿਸ ਦਾ ਬਹੁਤ ਡਾਊਨ ਹੈ। ਆਹ ਜਿਹੜੀ ਗੈਂਗਸਟਰਾਂ ਦੀ ਜਿਹੜੀ ਸਮੱਸਿਆ ਹੈ, ਇਹਦਾ ਸਾਹਮਣਾ ਕਰਨ ਦੇ ਵਿੱਚ ਫਿਲਹਾਲ ਪੰਜਾਬ ਪੁਲਿਸ ਨੂੰ ਬਹੁਤ ਦਿੱਕਤਾਂ ਆ ਰਹੀਆਂ ਨੇ। ਅਤੇ ਉਸ ਪੂਰੇ ਦੌਰ ਦੇ ਵਿੱਚ ਇੰਨੇ ਬਦਲਾਅ ਪੁਲਿਸ ਮੁਖੀਆਂ ਦੇ, ਇਹ ਕੋਈ ਚੰਗਾ ਸੰਕੇਤ ਨਹੀਂ ਹੈ। ਬਟ ਵੀ ਹੋਪ ਫॉर द ਬੈਸਟ ਕਿ ਮੌਜੂਦਾ DGP ਜਿਨ੍ਹਾਂ ਨੇ ਅੱਜ ਆਪਣਾ ਸੁਨੇਹਾ ਵੀ ਦਿੱਤਾ ਹੈ 30-35 ਸੈਕਿੰਡ ਦਾ ਉਹਨਾਂ ਦਾ ਜਿਹੜਾ ਮੈਸੇਜ ਹੈ, ਉਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਨਸ਼ੇ ਅਤੇ ਗੈਂਗਸਟਰਾਂ ਦੇ ਇਸ਼ੂ ਦੇ ਉੱਤੇ
ਇੱਕ ਪ੍ਰੋ ਪੀਪਲ ਅਪਰੋਚ ਲੈ ਕੇ ਕੰਮ ਕਰਨਾ ਚਾਹਣਗੇ ਤੇ ਰਿਜ਼ਲਟ ਲਿਆਉਣਗੇ। ਸੋ ਵੀ ਹੋਪ ਕਿ ਉਹ ਬਾਕੀ ਜੋ ਕਹਿ ਰਹੇ ਨੇ ਕਰਕੇ ਵਿਖਾਉਣਗੇ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਿਹੜਾ ਇਹ ਸੰਕਟ ਹੈ ਇਸ ਨਾਲ ਡੀਲ ਕਰਨ ਲਈ ਹਾਲੇ ਤੱਕ ਮੇਰਾ ਖਿਆਲ ਆ ਵੀ ਕੋਈ ਪਰਟੀਕੂਲਰ ਸਟ੍ਰੈਟਜੀ ਤਾਂ ਨਹੀਂ ਬਣਾਈ ਗਈ, ਲੇਕਿਨ ਜਿਹੜੀਆਂ ਮੂਸੇਵਾਲਾ ਕਤਲ ਕੇਸ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ ਉਹ ਰਿਤੇਸ਼ ਜੀ ਦਿੱਲੀ ਪੁਲਿਸ ਕਰ ਰਹੀ ਹੈ। ਪੰਜਾਬ ਦੀ ਪੁਲਿਸ ਤਾਂ ਸਫਲ ਨਹੀਂ ਹੋਈ ਕਿਸੇ ਨੂੰ ਵੀ ਗ੍ਰਿਫਤਾਰ ਕਰਨ 'ਚ ਹਾਲੇ ਤੱਕ। ਇਹਦਾ ਕੀ ਰਿਫਲੈਕਸ਼ਨ ਹੈ ਆਮ ਲੋਕਾਂ ਦੇ ਉੱਤੇ, ਪੰਜਾਬ ਦੇ ਲੋਕਾਂ 'ਤੇ ਖਾਸ ਤੌਰ 'ਤੇ? ਜੀ ਤੁਸੀਂ ਜਿਵੇਂ ਜ਼ਿਕਰ ਕੀਤਾ ਮੂਸੇਵਾਲਾ ਸਾਹਿਬ ਦੇ ਪਿਤਾ ਜੀ ਦੀ ਜਿਹੜੀ ਸਟੇਟਮੈਂਟ ਸੀ ਉਸ ਵਿੱਚ ਬਹੁਤ ਹੀ ਇੱਕ ਹਤਾਸ਼ਾ ਝਲਕੀ। ਪਹਿਲੀ ਵਾਰ ਉਹਨਾਂ ਨੇ ਆਪਣੇ ਬੇਟੇ ਦੀ ਮੌਤ ਜਾਂ ਉਸਦੀ ਹੱਤਿਆ ਦੇ ਉੱਤੇ ਜਿਹੜਾ ਥੋੜ੍ਹਾ ਜਿਹਾ ਖੁੱਲ੍ਹ ਕੇ ਬੋਲੇ ਨੇ, ਤੇ ਉਸ ਵਿੱਚ ਉਹਨਾਂ ਨੇ ਸਰਕਾਰ ਦੀ ਅਣਗਹਿਲੀ ਕਹਿ ਲਓ, ਜੋ ਵੀ ਗੱਲਾਂ ਬਾਤਾਂ ਸੀ ਮੀਡੀਆ ਦੇ ਵਿੱਚ ਕ੍ਰਿਟੀਕਲੀ ਕਰਦੇ ਰਹੇ ਨੇ, ਉਹ ਸਾਰੀ ਗੱਲਾਂ ਬਾਤਾਂ ਹੁਣ ਉਹਨਾਂ ਦੇ ਪਿਤਾ ਜੀ ਦੇ ਮੂੰਹ ਤੋਂ ਸੁਣਨ ਨੂੰ ਮਿਲੀਆਂ ਨੇ, ਜੋ ਕਿ ਕੱਲ੍ਹ ਉਹਨਾਂ ਦੀ ਸਟੇਟਮੈਂਟ ਆਈ ਸੀ। ਤੇ ਹੁਣ ਵੀ ਜੋ ਰਫ਼ਤਾਰ ਚੱਲਦੀ ਪਈ ਹੈ, ਜਿਹੜੇ ਮੇਨ ਸ਼ੂਟਰ ਨੇ ਜੋ ਕਿ ਪੰਜਾਬ ਮੋਡਿਊਲ ਦੇ, ਜਿਹਨੂੰ ਅਸੀਂ ਕਰੋਲਾ ਮੋਡਿਊਲ ਕਹਿੰਦੇ ਹਾਂ, 2 ਗੱਡੀਆਂ ਸੀ, ਇੱਕ ਬੋਲੈਰੋ ਸੀ, ਕਰੋਲਾ ਸੀ, ਤੇ ਬੋਲੈਰੋ ਜਿਹੜਾ ਮੋਡਿਊਲ ਸੀ ਉਸ ਨੂੰ ਤਾਂ ਦਿੱਲੀ ਪੁਲਿਸ ਨੇ ਕਾਫੀ ਹੱਦ ਤੱਕ ਕਰੈਕ ਕਰ ਲਿਆ। ਇੱਕ ਅੱਧਾ ਕੋਈ ਬੰਦਾ ਬਚਿਆ ਹੋਏਗਾ ਉਹਦੇ, ਅਦਰਵਾਈਜ਼ ਸਾਰੇ ਬੰਦੇ ਫੜ ਲਏ ਗਏ ਨੇ। 2 ਸ਼ੂਟਰ ਸੀ ਉਹ ਵੀ ਫੜ ਲਏ ਗਏ ਨੇ, ਜਿਸ ਵਿੱਚੋਂ ਤਾਜ਼ਾ ਸ਼ੂਟਰ ਕੱਲ੍ਹ ਫੜਿਆ ਗਿਆ ਹੈ। 20 ਜੂਨ ਨੂੰ ਇੱਕ ਪਹਿਲਾ ਜਿਹੜਾ ਪ੍ਰਿਯਵਰਤ ਫੌਜੀ ਫੜਿਆ ਸੀ, ਤੇ 4 ਜੁਲਾਈ ਨੂੰ ਆ ਜਿਹੜਾ ਅੰਕਿਤ ਫੜਿਆ ਹੈ। ਸੋ ਦਿੱਲੀ ਪੁਲਿਸ ਦੀ ਕਾਮਯਾਬੀਆਂ ਤੇ ਪੰਜਾਬ ਪੁਲਿਸ ਹਜੇ ਤੱਕ ਸ਼ੂਟਰਾਂ ਨੂੰ ਨਹੀਂ ਫੜ ਪਾਈ ਹੈ। ਹੋਰ ਉਹਨਾਂ ਨੇ ਖੱਬੇ ਸੱਜੇ ਕਈ ਲੋਕਾਂ ਨੂੰ ਫੜਿਆ ਹੈ, ਨਾਮਜ਼ਦ ਹੋਏ ਨੇ, ਠਹਿਰ ਲੌਜਿਸਟਿਕਲ ਸਪੋਰਟ ਦੇਣ ਵਾਲੇ, ਕਿਸੇ ਨੂੰ ਠਹਿਰ ਪਨਾਹ ਦੇਣ ਵਾਲੇ, ਅਜਿਹੇ ਲੋਕਾਂ ਨੂੰ ਤਾਂ ਪੰਜਾਬ ਪੁਲਿਸ ਪਕੜ ਪਾਈ ਹੈ। ਲੇਕਿਨ ਮਨਪ੍ਰੀਤ ਮਾਨੂ ਤੇ ਜਿਹੜਾ ਜਗਰੂਪ ਰੂਪਾ ਹੈ, ਮੇਨ ਜਿਹੜੇ ਸ਼ੂਟਰ ਸੀ ਜਿਨ੍ਹਾਂ ਨੇ AK-47 ਦੇ ਨਾਲ ਗੋਲੀਆਂ ਚਲਾਈਆਂ, ਉਹ ਅਜੇ ਵੀ ਪੁਲਿਸ ਦੀ ਰੇਂਜ ਤੋਂ ਬਾਹਰ ਨੇ। ਸੋ ਇਹ ਇੱਕ ਬਹੁਤ ਵੱਡੀ ਹਤਾਸ਼ਾ ਨਿਰਾਸ਼ਾ ਹੈ ਪੰਜਾਬ ਪੁਲਿਸ ਲਈ ਵੀ। ਹਾਲਾਂਕਿ ਐਂਟੀ ਗੈਂਗਸਟਰ ਫੋਰਸ, ਟਾਸਕ ਫੋਰਸ ਜਿਹੜੀ ਹੈ ਜ਼ੋਰ ਪੂਰਾ ਲਾ ਰਹੀ ਹੈ, ਲੇਕਿਨ ਉਹਨਾਂ ਨੂੰ ਕਾਮਯਾਬੀ ਨਾ ਮਿਲਣਾ ਤੇ ਨਾਲ ਦੇ ਨਾਲ ਇੰਨੇ ਬਦਲਾਅ ਜਿਹੜੇ ਹੋ ਰਹੇ ਨੇ। ਤੇ ਜਿਹੜੇ ਇਸ ਤੋਂ ਪਹਿਲਾਂ ਦੇ DGP VK ਭਾਵਰਾ ਸੀ, ਜੋ ਕਿ ਇੱਕ ਬੜੇ ਹੀ ਸਹੀ ਪ੍ਰੋਸੈਸ ਦੇ ਜ਼ਰੀਏ ਉਹਨਾਂ ਦੀ ਸਿਲੈਕਸ਼ਨ ਹੋਈ ਸੀ, ਪ੍ਰੋਪਰ ਪ੍ਰੋਸੈਸ ਫੋਲੋ ਕੀਤਾ ਗਿਆ ਸੀ, ਤੇ ਲੱਗ ਰਿਹਾ ਸੀ ਵੀ VK ਭਾਵਰਾ ਅਗਲੇ 2-2.5 ਸਾਲ ਤੱਕ ਪੰਜਾਬ ਦੇ DGP ਰਹਿਣਗੇ, ਉਹਨਾਂ ਨੂੰ ਕੋਈ ਦਿੱਕਤ ਨਹੀਂ ਆਏਗੀ, ਕਿਉਂਕਿ ਨਵੀਂ ਸਰਕਾਰ ਨੇ ਵੀ ਸਰਕਾਰ ਬਣਨ ਤੋਂ ਬਾਅਦ ਉਹਨਾਂ 'ਚ ਭਰੋਸਾ ਜਤਾਇਆ। ਹਾਲਾਂਕਿ ਉਹ ਇਲੈਕਸ਼ਨ ਤੋਂ ਪਹਿਲਾਂ ਬਣ ਗਏ ਸੀ DGP, ਲੇਕਿਨ ਆ ਪਿਛਲੇ 3-3.5 ਮਹੀਨੇ ਦਾ ਜਿਹੜਾ ਉਹਨਾਂ ਦਾ ਕਾਰਜਕਾਲ ਰਿਹਾ, ਵਾਰਦਾਤਾਂ ਹੋਈਆਂ ਤੇ ਫਿਰ ਆ ਮੂਸੇਵਾਲਾ ਵਾਲਾ ਜਿਹੜਾ ਕੇਸ ਸੀ, ਇਹ ਥੋੜਾ ਜ਼ਿਆਦਾ ਵੱਡਾ ਹੋ ਗਿਆ। ਇਸ ਤੋਂ ਬਾਅਦ ਮਤਲਬ ਨਿਰਾਸ਼ ਚੱਲਦੇ ਆ ਰਹੇ ਸੀ। ਸੋ ਕੋਈ ਆਪਸ਼ਨ ਹੁੰਦੀ ਨਹੀਂ, ਕਿਉਂਕਿ ਇਸ ਵਕਤ ਸੁਪਰੀਮ ਕੋਰਟ ਦੀ ਗਾਈਡਲਾਈਨਸ ਬੜੀਆਂ ਸਖਤ ਨੇ। DGP ਦੀ ਚੋਣ ਕੋਈ ਸਟੇਟ ਸਰਕਾਰ ਦੇ ਆਪਣੇ ਹੱਥ ਵਿੱਚ ਉਸ ਪੱਧਰ ਤੇ ਨਹੀਂ ਹੁੰਦੀ, ਉਹਨਾਂ ਨੇ ਸਿਲੈਕਸ਼ਨ ਜ਼ਰੂਰ ਕਰਨੀ ਹੁੰਦੀ ਹੈ ਅਫਸਰਾਂ ਦੇ ਵਿੱਚੋਂ, ਲੇਕਿਨ ਜ਼ਿਆਦਾਤਰ ਜਿਹੜਾ ਫੈਸਲਾ ਹੁੰਦਾ ਹੈ ਉਹ UPSC ਦਾ ਪੈਨਲ ਡਿਸਾਈਡ ਕਰਦਾ ਹੈ। ਉਹਦੇ ਵਿੱਚੋਂ ਸਟੇਟ ਕੋਲ ਸੀਮਿਤ ਦੀ ਤਾਕਤ ਰਹਿ ਗਈ ਹੈ। ਸੋ DGP ਨੂੰ ਬਦਲਣਾ ਸੌਖਾ ਨਹੀਂ ਸੀ। ਇਹੀ ਕਾਰਨ ਸੀ ਕਿ ਜਿਹੜੇ VK ਭਾਵਰਾ ਸੀ, ਉਹਨਾਂ ਨੇ ਖੁਦ ਆਪਣੀ ਇੱਕ ਅਰਜ਼ੀ ਲਿਖੀ ਤੇ ਸੈਂਟਰ ਗਵਰਨਮੈਂਟ ਤੋਂ ਇੱਕ ਡੈਪੂਟੇਸ਼ਨ ਮੰਗੀ ਹੈ, ਤੇ 2 ਮਹੀਨੇ ਦੀ ਛੁੱਟੀ ਤੇ ਚਲੇ ਗਏ, ਜਿਸ ਤੋਂ ਬਾਅਦ ਅਫੀਸ਼ੀਏਟਿੰਗ DGP ਲਾਇਆ ਗਿਆ। ਸੋ ਹੁਣ ਪ੍ਰੋਸੈਸ ਦੇ ਤਹਿਤ ਉਹ ਸਾਰਾ ਚੇਂਜ ਹੋ ਰਿਹਾ ਹੈ, ਲੇਕਿਨ ਲੈ ਦੇ ਕੇ ਸ਼ੂਟਰਾਂ ਤੱਕ ਨਾ ਪਹੁੰਚ ਪਾਉਣਾ ਪੰਜਾਬ ਪੁਲਿਸ ਦੀ ਅਜੇ ਤੱਕ ਦੀ ਬੜੀ ਵੱਡੀ ਅਸਫਲਤਾ ਰਹੀ ਹੈ। ਪ੍ਰੋਸੈਸ ਬਾਰੇ ਤੁਹਾਨੂੰ ਮੇਰਾ ਖਿਆਲ ਹੈ ਜ਼ਿਆਦਾ ਪਤਾ ਹੋਏਗਾ ਰਿਤੇਸ਼ ਜੀ। ਹੁਣ ਇੱਥੇ ਜਿੱਥੇ ਮੌਜੂਦਾ ਜਿਹੜੇ DGP ਨੇ ਗੌਰਵ ਯਾਦਵ ਜੀ, ਇਹਨਾਂ ਨੂੰ ਲਾਇਆ ਗਿਆ, ਔਰ ਇਸੇ ਕੰਪੀਟੀਸ਼ਨ ਦੇ ਵਿੱਚ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਵੀ ਸੀ, ਜਿਹੜੇ ਬੜੇ ਕਾਬਲ ਪੁਲਿਸ ਅਫਸਰ ਸਮਝੇ ਗਏ ਨੇ, ਤਜਰਬੇਕਾਰ ਨੇ, ਕਾਫੀ ਸਖਤ ਨੇ। ਉਹਨਾਂ ਦੀ ਸਿਲੈਕਸ਼ਨ ਕਿਉਂ ਨਹੀਂ ਹੋ ਸਕੀ? ਕਿਸ ਬਿਨਾਂ ਦੇ ਉੱਤੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ? ਕਿਉਂਕਿ ਹੁਣ ਇੱਕ ਇਹ ਜਿਹੜੀ ਚੋਣ ਹੋਣੀ ਹੈ, ਇਹਦੇ ਵਿੱਚ 5 ਜਾਂ 6 ਅਫਸਰਾਂ ਦਾ ਇੱਕ ਲਿਸਟ ਭੇਜੀ ਜਾਏਗੀ ਪੈਨਲ 'ਚ। ਪੰਜਾਬ ਦੇ ਜਿਹੜੇ ਸੀਨੀਅਰ ਮੋਸਟ ਅਫਸਰ ਨੇ ਜੋ ਕਿ ਕੁਆਲੀਫਾਈ ਕਰਦੇ ਨੇ, ਉਹਦੇ ਵਿੱਚ ਹੋਰ ਵੀ ਮਾਪਦੰਡ ਹੁੰਦੇ ਨੇ, ਉਹ 5 ਜਾਂ 6 ਜਾਂ 7 ਵੀ ਹੁੰਦੇ ਨੇ ਅਫਸਰ। ਉਹਨਾਂ ਦੇ ਵਿੱਚੋਂ UPSC 3 ਅਫਸਰਾਂ ਨੂੰ ਫਾਈਨਲ ਕਰੇਗਾ, ਤੇ ਉਸ ਲਿਸਟ ਦੇ ਵਿੱਚ ਜਿਹੜੇ ਪੈਰਲਲ ਬੈਚ ਦੇ ਅਫਸਰ ਹੁੰਦੇ ਨੇ, 1-2 ਸਾਲ ਉੱਤੇ ਥੱਲੇ ਹੁੰਦੇ ਨੇ, ਜਿਨ੍ਹਾਂ ਵਿੱਚ ਗੌਰਵ ਯਾਦਵ ਹੈਗੇ ਨੇ, ਹਰਪ੍ਰੀਤ ਸਿੱਧੂ ਦਾ ਨਾਂ ਹੈ, ਇੱਕ ਸ਼ਰਦ ਸੱਤਿਆ ਚੌਹਾਨ ਹੈਗੇ ਨੇ, ਇਸੇ ਤਰੀਕੇ ਨਾਲ 1-2 ਹੋਰ ਅਫਸਰ ਹੋਣਗੇ, ਉਹਨਾਂ ਦੇ ਨਾਂ ਜਾਣਗੇ। ਲੇਕਿਨ ਗੌਰਵ ਯਾਦਵ ਦੀ ਜਿਹੜੀ ਚੋਣ ਦੇ 2-3 ਕਾਰਨ ਜਿਹੜੇ ਮੋਟੇ ਨਜ਼ਰ ਆ ਰਹੇ ਨੇ। ਇੱਕ ਤਾਂ ਹੈ ਕਿ ਗੌਰਵ ਯਾਦਵ ਜਿਹੜੇ ਪ੍ਰਿੰਸੀਪਲ ਸਕੱਤਰ ਚੀਫ ਮਿਨਿਸਟਰ ਆਫਿਸ ਦੇ ਵਿੱਚ ਰਹੇ ਨੇ ਇਸ ਤੋਂ ਪਹਿਲਾਂ, ਯਾਨੀ ਕਿ ਵੈਸੇ ਤਾਂ ਉਹ IPS ਨੇ, IPS ਅਫਸਰ ਨੇ, ADGP ਰੈਂਕ ਸੀ, ਹੁਣ ਉਹ DGP ਪ੍ਰਮੋਟ ਹੋ ਚੁੱਕੇ ਨੇ ਐਜ਼ ਅ ਰੈਂਕ, ਤੇ ਲੇਕਿਨ ਉਹਨਾਂ ਨੂੰ ਮੁੱਖ ਮੰਤਰੀ ਕਾਰਜ ਜਿਹੜਾ ਆਫਿਸ ਹੁੰਦਾ ਹੈ CMO ਜਿਸਨੂੰ ਕਹਿੰਦੇ ਨੇ, ਉਹਦੇ ਵਿੱਚ ਆਪਣੇ ਨਾਲ ਪ੍ਰਿੰਸੀਪਲ ਸਕੱਤਰ ਲਾਇਆ ਗਿਆ। ਉਹਨੇ ਸਪੈਸ਼ਲ ਇੱਕ ਪੋਸਟ ਕ੍ਰੀਏਟ ਕੀਤੀ ਗਈ ਸੀ, ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਕ੍ਰੀਏਟ ਕੀਤੀ ਗਈ ਸੀ, ਤੇ ਉਸ ਵਕਤ ਹਰਪ੍ਰੀਤ ਸਿੱਧੂ ਨੂੰ ਪ੍ਰਿੰਸੀਪਲ ਸੈਕਟਰੀ ਲਾਇਆ ਗਿਆ ਸੀ ਐਜ਼ ਐਨ IPS ਚੀਫ ਮਿਨਿਸਟਰ ਆਫਿਸ ਦੇ ਨਾਲ ਅਟੈਚ ਕਰਕੇ। ਸੋ ਉਸ ਵਕਤ ਉਹ ਇਹ ਪੂਰਾ ਦਾ ਪੂਰਾ ਕਲਚਰ ਸ਼ੁਰੂ ਹੋਇਆ। ਤੇ ਹੁਣ ਗੌਰਵ ਯਾਦਵ ਕਿਉਂਕਿ ਚੀਫ ਮਿਨਿਸਟਰ ਆਫਿਸ ਦੇ ਵਿੱਚ ਇਨਵੋਲਵ ਸੀ, ਉਹਨਾਂ ਦੇ ਨਾਲ ਬੈਠ ਕੇ ਕੰਮ ਕਰ ਰਹੇ ਸਨ। ਦੂਸਰੇ ਪਾਸੇ DGP ਦੀ ਇੱਕ ਪੈਰਲਲ ਕਮਾਂਡ ਹੁੰਦੀ ਹੈ, ਉਹ ਆਪਣਾ ਕੰਮ ਕਰ ਰਹੇ ਸੀ VK ਭਾਵਰਾ। ਸੋ ਇਹ ਕਾਰਨ ਸੀ, ਕਿਉਂਕਿ ਜਿਹੜਾ ਅਫਸਰ ਚੀਫ ਮਿਨਿਸਟਰ ਆਫਿਸ ਦੇ ਨਾਲ ਰਹਿੰਦਾ ਹੈ, ਉਹਨਾਂ ਨੂੰ ਸਲਾਹ ਦੇਣੀ ਸੁਰੱਖਿਆ ਦੇ ਹਰ ਮਾਮਲਿਆਂ ਦੇ ਵਿੱਚ, ਕਿਉਂਕਿ ਉਹਨਾਂ ਦੀ ਨੇੜਤਾ ਵੱਧ ਜਾਂਦੀ ਹੈ, ਐਕਸੈਸ ਹੋ ਜਾਂਦਾ ਹੈ, ਚੀਫ ਮਿਨਿਸਟਰ ਦਾ ਵੀ ਉਸ ਉੱਤੇ ਫੇਥ ਹੋ ਜਾਂਦਾ ਹੈ।
ਉਹ ਇੱਕ ਕਾਰਨ ਰਿਹਾ ਮੈਨੂੰ ਲੱਗਦਾ, ਜਿਸ ਕਾਰਨ ਕਿ ਗੌਰਵ ਯਾਦਵ ਦੀ ਇੱਕ ਜ਼ਿਆਦਾ ਚੰਗਾ ਤਾਲਮੇਲ ਸੀ। ਹਾਲਾਂਕਿ ਐਸਾ ਨਹੀਂ ਹੈ, ਹਰਪ੍ਰੀਤ ਸਿੱਧੂ ਹੋਣਾ ਦਾ ਵੀ ਚੰਗਾ ਤਾਲਮੇਲ ਹੈ, ਲੇਕਿਨ ਹੁਣ ਜੇ ਹਰਪ੍ਰੀਤ ਸਿੱਧੂ ਹੋਣਾ ਨੂੰ ਕੋਈ ਮੌਕਾ ਮਿਲੇਗਾ ਤਾਂ ਉਹ ਮੈਨੂੰ ਲੱਗਦਾ ਜੇ ਉਹਨਾਂ ਦਾ ਨਾਮ ਪੈਨਲ ਦੇ ਵਿੱਚ ਜਿਵੇਂ ਜਾਂਦਾ ਹੈ, ਤੇ UPSC ਵੱਲੋਂ ਜਦੋਂ 3 ਅਫਸਰਾਂ ਦਾ ਉਹਨਾਂ ਚੋਂ ਸ਼ਾਰਟਲਿਸਟ ਕਰਕੇ 3 ਅਫਸਰਾਂ ਦਾ ਨਾਂ ਭੇਜਿਆ ਜਾਏਗਾ, ਉਹਨਾਂ ਵਿੱਚੋਂ ਇੱਕ ਅਫਸਰ ਇਹਨਾਂ ਨੇ ਚੁਣਨਾ ਹੋਏਗਾ ਤੇ ਉਹਨਾਂ ਦੇ ਵਿੱਚ ਸਾਰੇ ਅਫਸਰਾਂ ਦੇ ਨਾਂ ਹੋਣਗੇ। ਸੋ ਇਹ ਜਿਵੇਂ ਮੈਂ ਕਿਹਾ ਵੀ ਕਾਰਜੀ ਜਾਂ ਇੱਕ ਅਰੇਂਜਮੈਂਟ ਹੁੰਦਾ ਹੈ, ਤੇ ਹੋ ਸਕਦਾ ਹੈ 1 ਮਹੀਨੇ ਦੇ ਵਿੱਚ ਇਹ ਪ੍ਰੋਸੈਸ ਪੂਰਾ ਹੋ ਜਾਵੇ, ਤੇ ਹੋ ਸਕਦਾ ਇਹਦੇ ਲਈ 3-4 ਮਹੀਨੇ ਲੱਗ ਜਾਣ। ਲੇਕਿਨ ਦੋਵੇਂ ਅੱਛੇ ਆਫਿਸਰ ਨੇ ਜੀ, ਕੰਪੀਟੈਂਟ ਆਫਿਸਰ ਨੇ, ਕਾਫੀ ਸ਼ਾਰਪ ਆਫਿਸਰ ਨੇ ਵੈਸੇ। ਗੌਰਵ ਯਾਦਵ ਹੀ ਇਜ਼ ਕੰਸੀਡਰਡ ਟੂ ਬੀ ਵੈਰੀ ਸ਼ਾਰਪ ਆਫਿਸਰ, ਐਸਾ ਨਹੀਂ ਹੈ। ਹਰਪ੍ਰੀਤ ਸਿੱਧੂ ਥੋੜਾ ਜਿਹਾ ਕਿਉਂਕਿ ਨਾ ਉਹਨਾਂ ਦਾ STF ਦੇ ਹੈਡ ਹੋਣ ਕਾਰਨ ਚਰਚਾਵਾਂ ਦੇ ਵਿੱਚ ਰਿਹਾ, ਲੇਕਿਨ ਹੋਰ ਵੀ ਬਹੁਤ ਸੇ ਅਫਸਰ ਹੁੰਦੇ ਨੇ ਜਿਹੜੇ ਕਿ ਜ਼ਿਆਦਾ ਹਾਈ ਪ੍ਰੋਫਾਈਲ ਨਹੀਂ ਰਹਿੰਦੇ, ਲੇਕਿਨ ਦੇ ਆਰ ਇਕੁਅਲੀ ਇਫੈਕਟਿਵ। ਤੋ ਇੱਕ ਸ਼ਾਰਪ ਅਫਸਰ ਚਾਹੀਦਾ ਹੈ ਪੰਜਾਬ ਨੂੰ। ਸੋ ਐਸੀ ਗੱਲ ਨਹੀਂ ਹੈ ਕਿ ਮਤਲਬ ਕੋਈ ਐਸੀ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ, ਇਟਸ ਜਸਟ ਅ ਮੈਟਰ ਕਿ ਥੋੜੀ ਪ੍ਰੋਕਸੀਮਿਟੀ CM ਨਾਲ ਹੋਣ ਕਰਕੇ ਸ਼ਾਇਦ ਉਹਨਾਂ ਦੀ ਚੋਇਸ ਹੋਈ ਹੈ। ਅੱਜ ਟਹਿਣਾ ਜੀ ਨੇ ਇੱਕ ਹੋਰ ਇਸ਼ੂ ਉਠਾਇਆ ਸੀ ਪੰਜਾਬ ਪੁਲਿਸ ਬਾਰੇ, ਉਹ ਸੀ ਕਿ ਪੰਜਾਬ ਪੁਲਿਸ ਦੀ ਫਿਟਨੈਸ ਵੱਲ ਧਿਆਨ ਦਿੱਤਾ ਜਾਏ। ਪੰਜਾਬ ਪੁਲਿਸ ਦੀ ਜਿਹੜੀ ਸਿਹਤ ਹੈ ਜਾਂ ਖ਼ਾਸ ਤੌਰ 'ਤੇ ਉਹਨਾਂ ਦੀ ਐਬਿਲਿਟੀ ਜਿਹੜੀ ਆ ਉਹ ਹੋਰ ਵਧੇਗੀ ਜੇ ਯਾਦਵ ਸਾਹਿਬ ਉਹਨਾਂ ਦੀ ਫਿਟਨੈਸ ਵੱਲ ਧਿਆਨ ਦੇਣ। ਇਸ ਤਰ੍ਹਾਂ ਦੀ ਕੋਈ ਗੱਲਬਾਤ ਚੱਲ ਰਹੀ ਹੈ ਪੰਜਾਬ ਪੁਲਿਸ ਬਾਰੇ? ਦੇਖੋ, ਯਾਦਵ ਸਾਹਿਬ ਨੇ ਹਲੇ ਅੱਜ ਆ ਕੇ ਜਿਹੜਾ ਆਪਣਾ ਪਹਿਲਾ ਸਟੇਟਮੈਂਟ ਦਿੱਤਾ, ਉਸ ਵਿੱਚ ਉਹਨਾਂ ਨੇ ਜ਼ਿਕਰ ਜ਼ੋਰ ਇਹ ਦਿੱਤਾ ਕਿ ਮੈਂ ਜਿਹੜਾ ਥਾਣੇ ਪੱਧਰ ਦੇ ਉੱਤੇ ਗ੍ਰਾਸ ਰੂਟ ਲੈਵਲ ਦੇ ਉੱਤੇ ਪੁਲਿਸਿੰਗ ਨੂੰ ਮਜ਼ਬੂਤ ਕਰਨਾ ਚਾਹੁੰਦਾ, ਤੇ ਸ਼ਬਦ ਉਹਨਾਂ ਨੇ ਵਰਤਿਆ ਥਾਣਾ, ਵਿਚ ਮੀਨਸ ਕਿ ਉਹ ਇਸ ਚੀਜ਼ ਨੂੰ ਸ਼ਾਇਦ ਸਮਝਦੇ ਨੇ ਕਿ ਬੇਸਿਕ ਜਿਹੜੀ ਪੁਲਿਸਿੰਗ ਉਹ ਥਾਣਿਆਂ ਦੇ ਲੈਵਲ ਤੇ ਹੋਣੀ ਹੈ। ਸਾਰਾ ਕੰਮ ਵਿਗੜਨਾ ਵੀ ਉੱਥੋਂ ਹੀ ਹੈ ਤੇ ਸੁਧਰਨਾ ਵੀ ਉੱਥੋਂ ਹੀ ਹੈ। ਸੋ ਉਤਲੇ ਲੈਵਲ ਦੇ ਉੱਤੇ ਆਪਾਂ ਇੰਨੀਆਂ ਟਾਸਕ ਫੋਰਸਾਂ ਬਣਾ ਲਈਏ, ਅਲੱਗ-ਅਲੱਗ। ਹੁਣ ਗੈਂਗਸਟਰਾਂ ਨਾਲ ਲੜਨ ਲਈ ਇੱਕ ਅਲੱਗ ਟਾਸਕ ਫੋਰਸ ਹੈ ਸਾਡੇ ਇੱਥੇ ਪੰਜਾਬ ਦੇ ਵਿੱਚ, ਨਸ਼ੇ ਦੇ ਖਿਲਾਫ ਇੱਕ ਟਾਸਕ ਫੋਰਸ ਹੋਰ ਬਣੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਜਨਾਬ ਨੇ ਤਾਂ ਇੱਕ ਹੋਰ ਟਾਸਕ ਫੋਰਸ ਬਣਾਤੀ ਸੀ, ਉਹ ਬੇਸਿਕਲੀ ਜਿਹੜੀ ਇਲੀਗਲ ਮਾਈਨਿੰਗ ਨੂੰ ਰੋਕਣ ਲਈ। ਉਹ ਇਨਫੈਕਟ ਇੱਕ ਡਾਇਰੈਕਟੋਰੇਟ ਬਣਾਇਆ ਗਿਆ ਸੀ, ਇਨਫੋਰਸਮੈਂਟ ਡਾਇਰੈਕਟੋਰੇਟ ਔਨ ਸੈਂਡ ਮਾਈਨਿੰਗ ਅਲੱਗ ਬਣ ਗਿਆ ਸੀ। ਸੋ ਐਵੇਂ ਕਰਕੇ ਬੜੀਆਂ ਅਲੱਗ-ਅਲੱਗ ਫੋਰਸਾਂ ਬਣ ਗਈਆਂ, ਡੁਪਲਿਸਿਟੀ ਹੋ ਗਈ, ਫਿਰ ਇੱਕ ਦਾ ਕੰਮ ਮੁਕਾਬਲੇਬਾਜ਼ੀ ਤਾਂ ਪਹਿਲਾਂ ਹੀ ਮਹਿਕਮੇ 'ਚ ਬਹੁਤ ਹੁੰਦੀ ਹੈ। ਸੋ ਬੇਸਿਕ ਜਿਹੜੀ ਕਰਨ ਦੀ ਲੋੜ ਸੀਗੀ ਉਹ ਸੀ ਵੀ ਥਾਣਿਆਂ ਨੂੰ ਮਜ਼ਬੂਤ ਕਰਨਾ ਪੰਜਾਬ ਦੇ ਲੈਵਲ ਦੇ ਉੱਤੇ, ਉਹਦਾ ਕਲਚਰ ਸੁਧਾਰਨਾ। ਤੁਸੀਂ ਫਿਟਨੈਸ ਦੀ ਗੱਲ ਕੀਤੀ ਹੈ, ਫਿਟਨੈਸ ਉਹਦਾ ਇੱਕ ਪਾਰਟ ਹੈ, ਲੇਕਿਨ ਉਹ ਫਿਟਨੈਸ ਕਈ ਪੱਖੋਂ ਹੈਗੀ। ਉਹ ਮੈਂਟਲ ਫਿਟਨੈਸ ਵੀ ਹੈ, ਤੁਹਾਡੀ ਸਾਈਕੋਲੋਜੀਕਲ ਫਿਟਨੈਸ ਵੀ ਹੈ, ਤੁਹਾਡਾ ਮੋਰਾਲ ਵੀ ਹੈ, ਆਪਣਾ ਅਫਸਰਾਂ ਦਾ ਮੋਰਾਲ ਹੈ, ਉਹਨਾਂ ਦੀ ਕੰਪੀਟੈਂਸ ਦਾ ਇੱਕ ਅਲੱਗ ਲੈਵਲ ਹੈ। ਹੁਣ ਬਥੇਰੇ ਇੱਥੇ ਜਿਹੜੇ ORP ਰੈਂਕ ਦਿੱਤੇ ਹੋਏ ਨੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ, ਯਾਨੀ ਕਿ ਤੁਸੀਂ ਮੰਨੋਗੇ ਨਹੀਂ ਵੀ ਜਿਹੜਾ ਕਾਂਸਟੇਬਲ ਹੈ ਉਸ ਨੂੰ ਇਹਨਾਂ ਨੇ ਥਾਣੇਦਾਰ ਤੱਕ SHO ਤੱਕ ਲਾਇਆ ਹੋਇਆ। ਸੋ ਇਹ ਬੇਸਿਕਲੀ ਹੁੰਦਾ ਉਹ ਕਾਂਸਟੇਬਲ ਹੈ, ਤਨਖਾਹ ਕਾਂਸਟੇਬਲ ਦੀ ਲੈਂਦਾ ਹੈ, ਉਹਨੂੰ ਆਊਟ ਆਫ ਵੇ ਜਾ ਕੇ ਪ੍ਰਮੋਸ਼ਨਾਂ ਦੇ ਕੇ 1 ਸਟਾਰ ਲੱਗ ਜਾਂਦਾ ਹੈ, 2 ਸਟਾਰ ਲੱਗ ਜਾਂਦੇ, 3 ਸਟਾਰ ਲੱਗ ਕੇ ਉਹ ਇੰਸਪੈਕਟਰ ਬਣ ਜਾਂਦਾ ਹੈ, ਤੇ ਉਹਨੂੰ ਤਨਖਾਹ ਕਾਂਸਟੇਬਲ ਦੀ ਮਿਲ ਰਹੀ ਹੁੰਦੀ ਹੈ। ਤੇ ਕਦੇ ਕਦਾਰ ਫਿਰ ਇਹੋ ਜਿਹਾ ਵੀ ਹੁੰਦਾ ਕੋਈ ਮੰਤਰੀ ਸੰਤਰੀ ਤੁਹਾਡਾ ਸਰਪ੍ਰਸਤ ਹੋਵੇ ਤਾਂ ਫਿਰ ਤੁਹਾਨੂੰ ਕਿਸੇ ਥਾਣੇ ਦਾ ਚਾਰਜ ਵੀ ਦਿੱਤਾ ਜਾਂਦਾ ਹੈ। ਹੁਣ ਬਥੇਰੇ ਇੱਥੇ ਮੁਕੱਦਮੇ ਜਿਹੜੇ NDPS ਐਕਟ ਦੇ ਯਾਨੀ ਕਿ ਨਸ਼ੇ ਦੀ ਤਸਕਰੀ ਦੇ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਗਿਰੇ, ਉਹਦਾ ਕਾਰਨ ਇਹੀ ਸੀ ਵੀ ਜਿਹੜੇ ਹੇਠਲੇ ਰੈਂਕ ਦੇ ਅਫਸਰ ਹੁੰਦੇ ਨੇ, ਜਿਹੜੇ ਕਾਂਸਟੇਬਲ ਬਣ ਕੇ ਉਹ ਥਾਣੇਦਾਰ ਬਣਾਇਆ ਹੁੰਦਾ, ਉਹਨਾਂ ਨੂੰ ਰੈਂਕ ਉਹਨਾਂ ਦਾ ਲੋ ਹੁੰਦਾ, ਉਹ ਮੁਕੱਦਮਿਆਂ ਦੇ ਵਿੱਚ FIR ਤੱਕ ਨਹੀਂ ਰਜਿਸਟਰ ਕਰ ਸਕਦੇ, ਤੇ ਅਦਾਲਤਾਂ ਦੇ ਵਿੱਚ ਤਾਂ ਜਾ ਕੇ ਮੁਕੱਦਮੇ ਦੀ ਜਿਰ੍ਹਾ ਕਰਨੀ, ਉਹਦੀ ਪ੍ਰੋਸੀਕਿਊਸ਼ਨ ਕਰਨੀ, ਉਹ ਤਾਂ ਬੜੀ ਦੂਰ ਦੀ ਗੱਲ ਰਹਿ ਗਈ। ਸੋ ਪੰਜਾਬ ਦੇ ਵਿੱਚ ਥਾਣੇ ਪੱਧਰ ਦੇ ਉੱਤੇ ਬਹੁਤ ਐਸੀਆਂ ਸਮੱਸਿਆਵਾਂ ਨੇ, ਦਿੱਕਤਾਂ ਨੇ। ਅਫਸਰਾਂ ਦੀ ਕੰਪੀਟੈਂਸ ਇੱਕ ਬੜਾ ਵੱਡਾ ਸਵਾਲ ਹੈ। ਜਿਹੜੇ ਚੰਗੇ ਅਫਸਰ ਨੇ ਉਹ ਪੁਲਿਸ ਲਾਈਨਾਂ ਦੇ ਵਿੱਚ ਲਾਏ ਹੋਏ ਨੇ, ਥਾਣਿਆਂ ਦੇ ਵਿੱਚ ਜਿਹੜੇ ਅਫਸਰ ਹੁਣ ਚੀਜ਼ਾਂ ਸੁਧਰ ਰਹੀਆਂ ਨੇ, ਥੋੜਾ ਬੈਟਰ ਇੰਪਰੂਵਮੈਂਟ ਸ਼ੁਰੂ ਹੋਈ ਹੈ, ਲੇਕਿਨ ਹਜੇ ਵੀ ਬੜੇ ਵੱਡੇ ਪੱਧਰ ਤੇ ਵਿਆਪਕ ਮਿੱਥ ਕੇ ਕਰਨ ਵਾਲੀ ਗੱਲਬਾਤ ਹੈ। ਇਹ ਕੋਈ ਐਵੇਂ ਨਹੀਂ ਕਿ ਆਪਣੇ ਆਪ ਜੇ ਕੋਈ ਅਚਨਚੇਤ ਆਪਣਾ ਅਚਾਨਕ ਹੀ ਬੰਦਾ ਕਹੇ ਕਿ ਰੈਗੂਲਰ ਪ੍ਰੋਸੈਸ ਦੇ ਵਿੱਚ ਹੋਏਗੀ। ਇਹ ਸੁਧਾਰਾਂ ਨੂੰ ਬੜਾ ਮਨ ਬਣਾ ਕੇ, ਨੀਅਤ ਬਣਾ ਕੇ ਕਰਨਾ ਪਏਗਾ, ਫਿਰ ਇਹ ਹੋਣਗੇ। ਅਦਰਵਾਈਜ਼ ਤਾਂ ਖਾਨਾ ਪੂਰਤੀ ਹੈ, DGP ਬਦਲਦੇ ਰਹਿਣਗੇ, ਸਰਕਾਰਾਂ ਬਦਲਦੀਆਂ ਰਹਿਣਗੀਆਂ, ਥੱਲੇ ਉਹੀ ਕੰਮ ਰਹਿਣਾ, ਤੇ ਜਿੰਨੀ ਦੇਰ ਤੱਕ ਥਾਣੇ ਨਹੀਂ ਸੁਧਰਦੇ ਤਦ ਤੱਕ ਤੁਹਾਡਾ ਕ੍ਰਾਈਮ ਕੰਟਰੋਲ ਦੇ ਵਿੱਚ ਨਹੀਂ ਹੋ ਸਕਦਾ। ਅੱਛਾ, ਅੱਜ ਇੱਕ ਹੋਰ ਚੀਫ ਮਿਨਿਸਟਰ ਨੇ ਜਿਹੜੀ ਗੱਲ ਕੀਤੀ ਆ ਉਸ ਦੇ ਪ੍ਰਤੀ ਬਹੁਤ ਚਰਚੇ ਚੱਲ ਰਹੇ ਨੇ। ਉਹ ਕਹਿੰਦੇ ਕਿ ਜਿਹੜੇ ਗੈਂਗਸਟਰ ਨੇ ਪੰਜਾਬ ਦੇ ਵਿੱਚ ਆਪਰੇਟ ਕਰ ਰਹੇ ਨੇ, ਇਹਨਾਂ ਨੂੰ ਪਹਿਲੇ ਲੀਡਰਾਂ ਦੀ ਸਿਆਸੀ ਪੁਸ਼ਤ ਪਨਾਹੀ ਹਾਸਲ ਸੀ ਔਰ ਇਸ ਕਰਕੇ ਇਹ ਵਧੇ ਫੁੱਲੇ ਨੇ। ਦੂਸਰੇ ਪਾਸੇ ਮਾਲਵਿੰਦਰ ਸਿੰਘ ਮਾਲੀ ਵਰਗੇ ਲੋਕ ਕਹਿ ਰਹੇ ਨੇ ਕਿ ਮੂਸੇਵਾਲੇ ਦਾ ਕਤਲ ਇੱਕ ਸਿਆਸੀ ਕਤਲ ਹੈ, ਜਿਹਦੇ ਵਿੱਚ ਵੱਖ-ਵੱਖ ਹੋਰ ਦੂਜੀਆਂ ਸਟੇਟਸ ਦੇ ਲੋਕ ਜਿਹੜੇ ਨੇ ਉਹ ਆ ਕੇ ਪੰਜਾਬ ਦੇ ਵਿੱਚ ਕਤਲੋ ਗਾਰਤ ਕਰਦੇ ਨੇ ਤੇ ਨਿਕਲ ਜਾਂਦੇ ਨੇ, ਔਰ ਉਹਨਾਂ ਨੂੰ ਬਚਾਉਣ ਲਈ ਉਹ ਕਹਿੰਦੇ ਵਿਸ਼ਨੋਈ ਵਰਗੇ ਲੋਕ ਵੀ ਨੇ ਜਿਹੜੇ, ਇਹ ਸਿਆਸੀ ਪੁਸ਼ਤ ਪਨਾਹੀ ਦਾ ਇੱਕ ਨਤੀਜਾ ਹੈ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਤੁਸੀਂ ਕਾਫੀ ਕੰਮ ਕੀਤਾ ਇਹੋ ਜਿਹੀ ਇਨਵੈਸਟੀਗੇਸ਼ਨਸ ਦੇ ਵਿੱਚ, ਕੀ ਇਸ ਗੱਲ 'ਚ ਕੋਈ ਤੰਤ ਹੈਗਾ ਜਿਹੜੀ ਭਗਵੰਤ ਮਾਨ ਨੇ ਅੱਜ ਕਹੀ ਹੈ? ਤੇ ਬਿਲਕੁਲ ਠੀਕ ਗੱਲ ਕਹਿ ਰਹੇ ਨੇ, ਐਸੀ ਕੋਈ ਮਤਲਬ ਗੱਲ ਨਹੀਂ ਹੈ ਕਿ ਉਹਦੇ ਨਾਲ ਫਰਕ ਹੋਵੇ, ਕਿ ਉਹ ਠੀਕ ਗੱਲ ਕਰ ਰਹੇ ਨੇ, ਭਗਵੰਤ ਮਾਨ ਵੀ ਠੀਕ ਗੱਲ ਕਰ ਰਹੇ ਨੇ। ਸਿਆਸੀ ਪੁਸ਼ਤ ਪਨਾਹੀ ਇੱਕ ਲੈਵਲ ਦੇ ਉੱਤੇ ਹੁੰਦੀ ਹੈ ਤੇ ਲੋਕਲ ਲੈਵਲ ਦੇ ਉੱਤੇ ਜ਼ਿਆਦਾ ਹੁੰਦੀ ਹੈ।
ਇਹਦਾ ਮਤਲਬ ਇਹ ਨਹੀਂ ਵੀ ਕੋਈ ਪਾਰਟੀ ਮਾੜੀ ਹੋਵੇ, ਉਹਦੇ ਪ੍ਰਧਾਨ ਮਾੜੇ ਹੋਣ, ਉਹਦੇ ਲੀਡਰ ਮਾੜੇ ਹੋਣ। ਹੁੰਦਾ ਕੀ ਹੈ ਵੀ ਵੱਡੇ ਲੀਡਰਾਂ ਦੇ ਵੱਡੇ ਲੀਡਰ ਛੱਤਰ ਛਾਇਆ ਦਿੰਦੇ ਨੇ, ਤੇ ਜਿਹੜੇ ਹੇਠਲੇ ਲੀਡਰ ਹੁੰਦੇ ਨੇ, ਜਿਵੇਂ ਹਲਕੇ ਲੈਵਲ ਦੇ ਉੱਤੇ ਲੀਡਰ ਹੁੰਦੇ ਨੇ, ਈਵਨ ਉਹਨਾਂ ਦੇ ਥੱਲੇ ਥੱਲੇ ਬਿਲਕੁਲ ਗ੍ਰਾਸ ਰੂਟ ਤੇ ਤੁਸੀਂ ਜਾਓ, ਪਿੰਡਾਂ ਦੇ ਵਿੱਚ ਆਪਸੀ ਲੈਵਲ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਲੀਡਰ ਹੁੰਦੇ ਨੇ, ਉਹ ਫਿਰ ਅੱਗੇ ਆਪਣੇ ਗੁੰਡੇ ਬਦਮਾਸ਼ਾਂ ਨੂੰ ਪਾਲਦੇ ਨੇ, ਉਹਨਾਂ ਤੋਂ ਕੰਮ ਪੁੱਠੇ ਸਿੱਧੇ ਕਰਾਉਂਦੇ ਨੇ। ਜਦੋਂ ਫਸਦੇ ਨੇ ਫਿਰ ਥਾਣਿਆਂ ਜਾ ਕੇ ਉਹਨਾਂ ਦੀ ਪੁਸ਼ਤ ਪਨਾਹੀ ਕਰਦੇ ਨੇ, ਫਿਰ ਉੱਤਲਿਓਂ ਸਿਫਾਰਸ਼ਾਂ ਲਗਵਾਉਂਦੇ ਨੇ। ਹਾਲਾਂਕਿ ਉਤਲੇ ਲੀਡਰਾਂ ਨੂੰ ਕਈ ਵਾਰ ਪਤਾ ਵੀ ਨਹੀਂ ਹੁੰਦਾ ਵੀ ਕਿਸ ਦੀ ਸਿਫਾਰਿਸ਼ ਕਰ ਰਿਹਾ। ਪੁਲਿਸ ਨੂੰ ਕਹਿ ਦਿੰਦੀ ਛੱਡ ਦਿਓ ਜੀ ਫਲਾਣ ਨੂੰ, ਇਹਨੂੰ ਦੱਬ ਦਿਓ, ਇਹਦੇ 'ਤੇ ਪਰਚਾ ਕਰ ਦਿਓ। ਇੱਕ ਦੂਸਰੇ ਨਾਲ ਧੱਕੇ ਸ਼ਾਹੀਆਂ ਹੁੰਦੀਆਂ ਨੇ, ਇਸ ਕਰਕੇ ਪਾਰਟੀਬਾਜ਼ੀਆਂ ਵੱਧਦੀਆਂ ਨੇ। ਫਿਰ ਇੱਕ ਪਾਸਾ ਖਰਾਬ ਹੁੰਦਾ, ਇੱਕ ਪਾਸਾ ਸਰਕਾਰੀ ਜਿਹੜਾ ਉਹਨੂੰ ਕਹਿ ਲਈਏ ਵੀ ਪੂਰਾ ਉਹਨੂੰ ਸਪੋਰਟ ਬੈਕ ਮਿਲਦਾ ਹੈ। ਤੋ ਇਹ ਕਾਰਨ ਹੈਗੇ ਨੇ ਜਿਸ ਕਾਰਨ ਕਿ ਜ਼ਮੀਨੀ ਪੱਧਰ ਉੱਤੇ ਇਹ ਜਿਹੜੀ ਪੁਸ਼ਤ ਪਨਾਹੀ ਹੈ, ਬਿਲਕੁਲ ਠੀਕ ਗੱਲ ਹੈਗੀ ਹੈ। ਲੇਕਿਨ ਆਹ ਜਿਹੜਾ ਕਹਿ ਰਹੇ ਵੀ ਬਾਹਰੋਂ ਆ ਕੇ ਗੈਂਗਸਟਰ ਮਾਰ ਕੇ ਜਾ ਰਹੇ ਨੇ, ਇਹ ਦੇਖੋ ਇਹ ਹਥਿਆਰ ਨੇ। ਜਿੰਨੇ ਮੁੰਡੇ ਹਰਿਆਣੇ ਤੋਂ ਆਏ ਜਾਂ ਸੋਨੀਪਤ ਤੋਂ, ਫਤਿਹਾਬਾਦ ਤੋਂ, ਕੋਈ ਸਿਰਸਾ ਤੋਂ, ਕੋਈ ਕੁਰੂਕਸ਼ੇਤਰ ਤੋਂ, ਕਿੱਥੋਂ ਕਿੱਥੋਂ ਲੜਕੇ ਆਏ, ਇਹ ਹੋਰ ਵੀ ਕੇਸਾਂ 'ਚ ਆ ਰਹੇ ਨੇ। ਇਹ ਤਾਂ ਬੇਸਿਕਲੀ ਉਹ ਹਥਿਆਰ ਨੇ। ਜਿਵੇਂ ਤੁਸੀਂ ਜਾ ਕੇ ਕਿਤੋਂ ਵੀ ਦਿੱਲੀ ਤੋਂ ਹਥਿਆਰ ਖਰੀਦ ਲਿਆ ਤੇ ਵਰਤੋਂ ਨੂੰ ਪੰਜਾਬ ਦੇ ਵਿੱਚ। ਅਸਲ ਦੇ ਵਿੱਚ ਪ੍ਰੋਬਲਮ ਤਾਂ ਇੱਥੋਂ, ਹੁਣ ਜਿਹੜਾ ਗੋਲਡੀ ਬਰਾੜ ਹੈ ਉਹ ਤਾਂ ਪੰਜਾਬ ਦਾ ਰਹਿਣ ਵਾਲਾ। ਈਵਨ ਲਾਰੈਂਸ ਬਿਸ਼ਨੋਈ ਜਿਹੜਾ ਹੈ ਪੰਜਾਬ ਦਾ ਰਹਿਣ ਵਾਲਾ, ਉਹ ਤਾਂ ਬਿਸ਼ਨੋਈ ਨਾਲ ਉਹ ਪੰਜਾਬ ਤੋਂ ਬਾਹਰ ਪਤਾ ਨਹੀਂ ਨਾ ਹੋ ਜਾਂਦਾ। ਤੇ ਜਿਹੜੇ ਲੋਕ ਇਸ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰਦੇ, ਮੈਂ ਕਈ ਐਸੇ ਕਮੈਂਟੇਟਰ ਵੇਖਦੇ ਨੇ, ਉਹ ਹਰ ਚੀਜ਼ ਦੇ ਪਿੱਛੇ ਕੌਂਸਪੀਰੇਸੀ ਥਿਊਰੀਆਂ ਕੱਢੀ ਜਾਂਦੇ ਨੇ, ਤੇ ਇਹਨੂੰ ਫਿਰਕੂ ਰੰਗਤ ਦੇਣਾ ਮੈਨੂੰ ਲੱਗਦਾ ਗਲਤ ਹੈ। ਗੈਂਗਸਟਰਾਂ ਦਾ ਕੋਈ ਧਰਮ, ਦੀਨ, ਈਮਾਨ ਨਹੀਂ ਹੈ ਜੀ। ਇਹ ਇੱਥੇ ਪੰਜਾਬ ਦੇ ਜਿੰਨੀਆਂ ਵੱਡੀਆਂ ਵਾਰਦਾਤਾਂ ਹੋਈਆਂ, ਇਹ ਸਾਰੇ ਮੁੰਡੇ ਪੰਜਾਬ ਦੇ ਨੇ। ਹਾਂ ਠੀਕ ਹੈ, ਹਰਿਆਣੇ ਤੋਂ ਕਿਸ ਦੇ ਇਸ਼ਾਰੇ ਤੇ ਆ ਕੇ ਖੁਦ ਤਾਂ ਵਾਰਦਾਤ ਕਰਨ ਕੋਈ ਹਰਿਆਣੇ ਦਾ ਗੈਂਗਸਟਰ ਪੰਜਾਬ 'ਚ ਨਹੀਂ ਆਉਂਦਾ, ਪੰਜਾਬ ਦਾ ਹਰਿਆਣੇ 'ਚ ਨਹੀਂ ਜਾਂਦਾ। ਤੇ ਅਗਲਿਆਂ ਦੇ ਆਪਸ ਦੇ ਵਿੱਚ ਸੈੱਲ ਜੁੜੇ ਹੋਏ ਨੇ, ਤੇ ਉਹ ਉਹਨਾਂ ਤੋਂ ਸਿਰਫ ਇਸ ਵਾਸਤੇ ਬੁਲਾ ਕੇ ਵਾਰਦਾਤਾਂ ਕਰਾਉਂਦੇ ਨੇ ਕਿ ਉਹਨਾਂ ਨੂੰ ਲੱਭਣਾ, ਉਹਨਾਂ ਦੀ ਭਾਲ ਕਰਨੀ ਪੰਜਾਬ ਪੁਲਿਸ ਲਈ ਔਖੀ ਹੈ। ਸੋ ਇਸ ਵਾਸਤੇ ਉਹਨਾਂ ਨੂੰ ਐਡਵਾਂਟੇਜ ਮਿਲ ਜਾਂਦਾ, ਆਪਣਾ ਕੰਮ ਕਰਕੇ ਉਹ ਨਿਕਲ ਜਾਂਦੇ ਨੇ। ਫਿਰ ਬਾਅਦ 'ਚ ਦਿੱਲੀ ਪੁਲਿਸ ਫੜਦੀ ਹੈ ਉਹਨੂੰ ਜਾ ਕੇ, ਜਾਂ ਹਰਿਆਣਾ STF ਫੜਦੀ ਹੈ। ਇਹੀ ਕਾਰਨ ਹੈ ਕਿ ਦਿੱਲੀ ਪੁਲਿਸ ਜ਼ਿਆਦਾ ਫੜ ਪਾ ਰਹੀ ਹੈ, ਕਿਉਂਕਿ ਵਾਰਦਾਤ ਹੋਣ ਤੋਂ ਬਾਅਦ ਉਹਨੂੰ ਪਤਾ ਸੀ ਵੀ ਸਾਰੇ ਮੁੰਡੇ ਹਰਿਆਣਾ ਦੇ ਆਸ-ਪਾਸ ਦੇ NCR ਇਲਾਕੇ ਦੇ ਸੀ। ਸੋ ਉਹਨਾਂ ਨੂੰ ਉਹਨਾਂ ਦੀ ਚੰਗੀ ਤਰ੍ਹਾਂ ਪਛਾਣ ਸੀ, ਜਾਂ ਉਹਨਾਂ ਨੂੰ ਕਹਿ ਲਓ ਵੀ ਉਹਨਾਂ ਦੇ ਸੈੱਲ ਨੈਟਵਰਕ ਇਹੋ ਜਿਹਾ ਸੀ, ਉਹਨਾਂ ਨੇ ਜਾ ਕੇ ਇਹਨਾਂ ਨੂੰ ਕੁਝ ਹਫ਼ਤਿਆਂ 'ਚ ਫੜ ਲਿਆ। ਤੇ ਪੰਜਾਬ 'ਚ ਵੀ ਹੋਣਾ ਚਾਹੀਦਾ ਸੀ। ਪੰਜਾਬ ਦੇ ਜਿਹੜਾ ਮੇਨ ਮਨਪ੍ਰੀਤ ਮਾਨੂ ਹੈ, ਜਗਰੂਪ ਰੂਪਾ ਹੈ, ਤਾਂ ਪੰਜਾਬ ਦੇ ਨੇ, ਠੀਕ ਹੈ। ਸੋ ਇਹਨਾਂ ਨੂੰ ਕਿਉਂ ਨਹੀਂ ਪੰਜਾਬ ਪੁਲਿਸ ਫੜ ਪਈ, ਇਹ ਵੀ ਇੱਕ ਵੱਡਾ ਸਵਾਲ ਹੈ। ਲੇਕਿਨ ਇਹਨੂੰ ਇਹ ਰੰਗਤ ਦੇਣਾ ਵੀ ਜੀ ਕਿ ਹਰਿਆਣੇ ਤੋਂ ਆ ਕੇ ਮੁੰਡੇ ਇੱਥੇ ਕੰਮ ਕਰ ਰਹੇ ਨੇ, ਉਹ ਕਿਸੇ ਦੇ ਇਸ਼ਾਰੇ ਤੇ ਆ ਰਹੇ ਨੇ। ਤੇ ਜਿਹੜਾ ਇਸ਼ਾਰਾ ਕਰਨ ਵਾਲਾ ਗੋਲਡੀ ਬਰਾੜ ਬੈਠਾ ਹੈ, ਇਸ਼ਾਰਾ ਕਰਨ ਵਾਲੇ ਜਿੰਨੇ ਵੀ ਬੰਦੇ ਬੈਠੇ ਨੇ, ਉਹ ਪੰਜਾਬ ਦੇ ਹੀ ਨੇ। ਆਪਸ ਵਿੱਚ ਦੁਸ਼ਮਣੀਆਂ ਤਾਂ ਇਹਨਾਂ ਦੀ ਆਪਸ ਦੀਆਂ ਪਈਆਂ ਹੋਈਆਂ ਨੇ। ਹੁਣ ਜੱਗੂ ਭਗਵਾਨਪੁਰੀਆ ਕਿਹਦਾ ਬੰਦਾ ਹੈ? ਲਾਰੈਂਸ ਬਿਸ਼ਨੋਈ ਪੰਜਾਬ ਦਾ, ਜੱਗੂ ਭਗਵਾਨਪੁਰੀਆ ਪੰਜਾਬ ਦਾ, ਗੋਲਡੀ ਬਰਾੜ ਪੰਜਾਬ ਦਾ। ਤਿੰਨਾਂ ਦੀ ਰਿਮਾਂਡ ਇਸ ਵਕਤ, ਦੋਨਾਂ ਦੀ ਰਿਮਾਂਡ ਇਸੀ ਕੇਸ 'ਚ ਲਈ ਗਈ ਹੈ। ਤੇ ਇਸੇ ਤਰੀਕੇ ਨਾਲ ਹੋਰ ਜਿਹੜੇ ਗੈਂਗਸਟਰ ਹੈਗੇ ਨੇ ਸਾਰੇ ਪੰਜਾਬ ਦੇ ਨੇ, ਠੀਕ ਹੈ ਨਾ। ਰਤੇਸ਼ ਜੀ, ਜਿਹੜੀ ਆਪਾਂ DGPs ਦੀ ਗੱਲਬਾਤ ਕਰ ਰਹੇ ਸੀ, ਜਿਹੜੇ DGP ਦੱਸੇ ਕਿ 5 ਜਾਂ 6ਵਾਂ ਇਹ DGP ਨੇ, 5ਵੇਂ ਨੇ, ਇਹ ਇੰਨੀ ਜਲਦੀ ਬਦਲੇ ਗਏ, ਤੇ ਖਾਸ ਤੌਰ ਦੇ ਉੱਤੇ ਕਿਹੜੀਆਂ ਪ੍ਰਸਥਿਤੀਆਂ ਸੀ, ਕਿਹੜੇ ਸਰਕਮਸਟੈਂਸਿਸ ਦੇ ਵਿੱਚ ਬਦਲੇ ਨੇ? ਦਿਨਕਰ ਗੁਪਤਾ ਜੀ ਬੜੇ ਅੱਛੇ ਲੀਡਰ ਸਨ, ਪੁਲਿਸ ਲੀਡਰ ਸਨ, ਉਹਨਾਂ ਨੂੰ ਵੀ ਬਦਲ ਦਿੱਤਾ ਗਿਆ। ਉਹ ਕਿਹੜੀਆਂ ਪ੍ਰਸਥਿਤੀਆਂ ਦੇ ਵਿੱਚ ਬਦਲੇ ਸੀ? ਦੇਖੋ ਜੀ, ਕਾਫੀ ਅਨਫੋਰਚੂਨੇਟ ਬਿਟ ਹੈ ਵੀ ਪੋਲੀਟਿਕਸ ਬਹੁਤ ਹਾਵੀ ਰਹੀ ਹੈ, ਕਿਉਂਕਿ DGP ਦੇ ਅਹੁਦੇ ਨੂੰ ਲੈ ਕੇ ਖਾਨਾਜੰਗੀ ਬੜੀ ਜ਼ਿਆਦਾ ਰਹੀ ਹੈ। ਅਫਸਰਾਂ ਦੇ ਆਪਸ ਦੇ ਵਿੱਚ ਵੀ ਤਣਾਤਣੀ ਰਹੀ, ਤੇ ਸਿਆਸੀ ਪਾਰਟੀਆਂ ਦੀ ਵੀ ਜਿਹੜੀ ਮਤਲਬ ਛਤਰ ਛਾਇਆ ਕੁਝ ਅਫਸਰਾਂ ਦੇ ਉੱਤੇ ਰਹੀ। ਸੋ ਇਹ ਜਿਹੜਾ ਤਾਜ਼ਾ ਜਿਹੜਾ ਰੱਦੋ ਬਦਲ ਹੋਈ ਹੈਗੀ ਹੈ, ਇਹਦਾ ਸਿਲਸਿਲਾ ਅਕਤੂਬਰ 2020 ਦੇ ਵਿੱਚ 2021 ਦੇ ਵਿੱਚ ਸ਼ੁਰੂ ਹੋ ਜਾਂਦਾ, ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਅਹੁਦੇ ਤੋਂ ਲਾਏ ਜਾਂਦੇ ਨੇ, ਜਾਂ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ ਹੈ। ਕਿਉਂਕਿ DGP ਦਿਨਕਰ ਗੁਪਤਾ ਉਹਨਾਂ ਦੇ ਇੱਕ ਬਲੂ ਆਈਡ ਬॉय ਸਨ, ਜਾਂ ਮੰਨੇ ਜਾਂਦੇ ਸਨ, ਤਾਂ ਇਸ ਵਾਸਤੇ ਦਿਨਕਰ ਗੁਪਤਾ ਵੀ ਲੱਥ ਜਾਂਦੇ ਨੇ। ਉਸ ਤੋਂ ਬਾਅਦ IPS ਸਹੋਤਾ ਆਉਂਦੇ ਨੇ। ਹੁਣ IPS ਸਹੋਤਾ ਜਿੰਨੀ ਦੇਰ DGP ਰਹੇ, ਤਕਰੀਬਨ 2-2.5 ਮਹੀਨੇ ਸ਼ਾਇਦ DGP ਰਹੇ। ਉਸ ਦੌਰਾਨ ਉਹਨਾਂ ਦੇ ਕਾਫੀ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਦਬਾਅ ਸੀ ਕਿ ਉਹ ਡਰੱਗ ਕੇਸ ਦੇ ਵਿੱਚ ਕਾਰਵਾਈ ਕਰਨ, ਲੇਕਿਨ ਉਹਨਾਂ ਦੇ ਲੀਡਰਸ਼ਿਪ ਦੇ ਵਿੱਚ ਡਰੱਗ ਕੇਸ ਦੇ ਵਿੱਚ ਕੋਈ ਕਾਰਵਾਈ ਹੋ ਨਹੀਂ ਪਾਈ। ਉਲਟਾ ADGP ਪੱਧਰ ਦੇ ਅਧਿਕਾਰੀ ਜਿਹੜੇ ਸੀ SK ਅਸਥਾਨਾ ਵਰਗੇ ਮੁਨਕਰ ਹੋ ਗਏ ਵੀ ਅਸੀਂ ਕੇਸ ਨਹੀਂ ਰਜਿਸਟਰ ਕਰਨਾ, ਜਿਸ ਵਿੱਚ ਬਿਕਰਮ ਸਿੰਘ ਮਜੀਠੀਆ ਫਾਈਨਲੀ ਬਾਅਦ ਦੇ ਵਿੱਚ ਬੁੱਕ ਹੋਏ। ਤੇ ਉਸ ਤੋਂ ਬਾਅਦ IPS ਸਹੋਤਾ ਨੂੰ ਹਟਾਤਾ ਗਿਆ, ਕਿਉਂਕਿ ਰਿਜ਼ਲਟ ਸ਼ਾਇਦ ਨਹੀਂ ਆ ਰਹੇ ਸੀ। ਤੇ ਨਵਜੋਤ ਸਿੰਘ ਸਿੱਧੂ ਨੇ ਬੜੀ ਮੁਖਾਲਫਤ, ਤੁਹਾਨੂੰ ਯਾਦ ਹੈ, ਕੀਤੀ IPS ਸਹੋਤਾ ਦੀ। ਸੋ DGP ਦਿਨਕਰ ਗੁਪਤਾ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਸੀ, ਲੇਕਿਨ ਉਹਨਾਂ ਦੇ ਹਟਦਿਆਂ ਹੀ ਇਸ ਚੀਜ਼ ਦੀ ਪਰਵਾਹ ਕੀਤੇ ਬਗੈਰ ਕਿ ਲਾਅ ਐਂਡ ਆਰਡਰ ਤੇ ਕੀ ਇਸ਼ੂ ਹੋਏਗਾ, ਉਹਨਾਂ ਨੂੰ ਵੀ ਹਟਾਤਾ ਗਿਆ, ਕਿਉਂਕਿ ਉਹ ਇੱਕ ਪੋਲੀਟੀਕਲ ਡਿਸਪੈਂਸੇਸ਼ਨ ਦੇ ਨਾਲ ਜੋੜ ਕੇ ਰਲਾ ਕੇ ਵੇਖੇ ਜਾਂਦੇ ਸਨ। IPS ਸਹੋਤਾ ਦੀ ਮੁਖਾਲਫਤ ਸਭ ਤੋਂ ਜ਼ਿਆਦਾ ਨਵਜੋਤ ਸਿੰਘ ਸਿੱਧੂ ਨੇ ਕੀਤੀ, ਤੇ ਅਖੀਰ ਵਿੱਚ ਉਹਨਾਂ ਨੂੰ ਹਟਾ ਕੇ ਦਮ ਲਿਆ। ਫਿਰ DGP SS ਚਟੋਪਾਧਿਆਏ ਆ ਗਏ, ਸਿਧਾਰਥ ਚਟੋਪਾਧਿਆਏ ਨੂੰ ਤਕਰੀਬਨ 3 ਹਫ਼ਤੇ ਦਾ ਸਮਾਂ ਮਿਲਿਆ, ਜਿਸ ਦੌਰਾਨ ਉਹਨਾਂ ਦੀ ਸਭ ਤੋਂ ਵੱਡੀ ਉਹਨੂੰ ਹੁਣ ਪ੍ਰਾਪਤੀ ਕਹੀਏ, ਉਪਲਬਧੀ ਕਹੀਏ, ਕੀ ਕਹੀਏ, ਵੀ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਡਰੱਗ ਦਾ ਕੇਸ ਸੀ ਉਹ ਰਜਿਸਟਰ ਕਰਤਾ।
ਲੇਕਿਨ ਉਹਨਾਂ ਦੇ ਵਕਤ ਹੀ ਕਈ ਵੱਡੀਆਂ ਵਾਰਦਾਤਾਂ ਹੋ ਗਈਆਂ। ਸ਼੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਐਡੀ ਵੱਡੀ ਵਾਰਦਾਤ ਹੋਈ। ਸੁਲਤਾਨਪੁਰ ਲੋਧੀ ਵੀ ਇਸ ਤਰੀਕੇ ਦੀ ਗੜਬੜ ਹੋਈ ਸੀ। ਲੁਧਿਆਣਾ ਦੇ ਵਿੱਚ ਬੰਬ ਧਮਾਕਾ ਜਿਹੜਾ ਹੋਇਆ ਸੀ ਕੋਰਟ ਦੇ ਵਿੱਚ। ਸੋ ਉਹਨਾਂ ਨੂੰ ਜ਼ਿਆਦਾ ਸਮਾਂ ਨਹੀਂ ਸੀ ਮਿਲਿਆ। ਇਨ ਦਾ ਮੀਨ ਟਾਈਮ ਜਿਹੜਾ UPSC ਦਾ ਜਿਹੜਾ ਪੈਨਲ ਜਿਹਨੇ ਚੂਜ਼ ਪ੍ਰਕਿਰਿਆ ਦੇ ਤਹਿਤ ਕਰਨਾ ਹੁੰਦਾ ਹੈ, ਉਹਨੇ ਨਵਾਂ DGP ਯਾਨੀ ਕਿ VK ਭਾਵਰਾ ਨੂੰ ਚੁਣ ਲਿਆ, ਜਿਸ ਤੋਂ ਬਾਅਦ ਕਿ ਤਕਰੀਬਨ 3 ਹਫ਼ਤੇ ਬਾਅਦ SS ਚਟੋਪਾਧਿਆਏ ਵੀ ਹਟ ਗਏ। ਉਹ ਵਿਵਾਦਾਂ ਵਿੱਚ ਰਿਹਾ। ਉਹਨਾਂ ਦੀ ਪੂਰੀ ਟਰਮ ਵਿਵਾਦਾਂ ਵਿੱਚ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਦੇ ਨਾਲ ਜਿਹੜੀ ਘਟਨਾ ਹੁੰਦੀ ਹੈ ਫਿਰੋਜ਼ਪੁਰ ਦੇ ਪੁਲ ਦੇ ਉੱਤੇ, ਤੇ ਉਹ ਵੀ ਉਸ ਵਕਤ ਹੀ ਹੋਈ ਸੀ। ਬੜੇ ਵਿਵਾਦ ਜੁੜੇ ਰਹੇ ਨੇ 21 ਦਿਨਾਂ ਦੇ ਵਿੱਚ। ਤੇ ਵਿਕਰਮ ਸਿੰਘ ਮਜੀਠੀਆ ਦਾ ਕੇਸ ਸਭ ਤੋਂ ਇਵੈਂਟਫੁਲ ਟਰਮ ਸੀ ਉਹਨਾਂ ਦੀ, ਬਹੁਤ ਛੋਟਾ 3 ਹਫ਼ਤੇ ਦਾ ਸਮਾਂ। ਤੇ ਉਸ ਤੋਂ ਬਾਅਦ VK ਭਾਵਰਾ ਆ ਗਏ, ਇਲੈਕਸ਼ਨ ਹੋ ਗਏ, ਇਲੈਕਸ਼ਨ ਦੇ ਵਿੱਚ ਸਰਕਾਰ ਬਣ ਗਈ। ਲੇਕਿਨ VK ਭਾਵਰਾ ਦਾ ਕਿਉਂਕਿ ਟੈਨਿਓਰ ਸੀ ਤੇ UPSC ਦੇ ਵਿੱਚੋਂ ਨਾ ਆਇਆ ਸੀ, ਤੇ ਭਗਵੰਤ ਮਾਨ ਸਰਕਾਰ ਨੇ ਸੋਚਿਆ ਕਿ ਇਹਨਾਂ ਨੂੰ ਹਟਾਉਣ ਦੀ ਲੋੜ ਹੈ ਨਹੀਂ ਹੈ। ਲੇਕਿਨ ਜਦੋਂ ਹਾਲਾਤ ਹੁਣ 3-3.5 ਮਹੀਨੇ ਦੇ ਵਿੱਚ ਕਾਬੂ ਨਹੀਂ ਆਏ, ਤਾਂ ਫਿਰ ਇਹ ਮਹਿਸੂਸ ਕੀਤਾ ਸਰਕਾਰ ਨੇ ਵੀ ਹੁਣ ਸਾਨੂੰ ਕੋਈ ਇਫੈਕਟਿਵ DGP ਲਾਣਾ ਪੈਣਾ ਤੇ ਬਦਲਾਅ ਜ਼ਰੂਰੀ ਸੀ। ਸੋ ਸ਼ਾਇਦ ਇਸੀ ਕਰਕੇ ਹੋਇਆ। ਲੇਕਿਨ ਅਨਫੋਰਚੂਨੇਟ ਬਿਟ ਇਹ ਰਹੀ, ਇਸ ਤੋਂ ਪਹਿਲਾਂ ਵੀ ਇਵਨ ਦਿਨਕਰ ਗੁਪਤਾ ਤੋਂ ਪਹਿਲਾਂ 3-4 ਸਾਲ ਬਹੁਤ ਜ਼ਿਆਦਾ ਖਿੱਚੋਤਾਣ ਰਹੀ ਅਫਸਰਾਂ ਦੇ ਵਿੱਚ, ਇੱਕ ਦੂਸਰੇ ਦੇ ਖਿਲਾਫ। ਇਹਨਾਂ ਨੇ ਹਾਈ ਕੋਰਟ ਦੇ ਵਿੱਚ, ਸੁਪਰੀਮ ਕੋਰਟਾਂ ਤੱਕ, ਤੁਹਾਨੂੰ ਯਾਦ ਹੋਵੇਗਾ ਦਿਨਕਰ ਗੁਪਤਾ ਦਾ ਜਿਹੜਾ ਕੇਸ ਸੀ, ਦਿਨਕਰ ਗੁਪਤਾ ਨੂੰ DGP ਬਣਨ ਨੂੰ ਦੇਗੀ ਚੁਣੌਤੀ ਸੀ। ਮੁਹੰਮਦ ਮੁਸਤਫਾ ਤੇ SS ਚਟੋਪਾਧਿਆਏ ਨੇ ਸੁਪਰੀਮ ਕੋਰਟ ਤੱਕ ਜਾ ਕੇ ਕੇਸ ਲੜਿਆ ਤੇ ਦਿਨਕਰ ਗੁਪਤਾ ਫਿਰ ਫਾਈਨਲੀ ਜਿੱਤੇ। ਉਸ ਤੋਂ ਪਹਿਲਾਂ ਇੱਕ ਵਾਰ ਕੈਟ ਨੇ ਉਹਨਾਂ ਨੂੰ ਉਹ ਵੀ ਕਰਤਾ ਸੀਗਾ, ਵਾਸ਼ ਵੀ ਕਰਤਾ ਸੀ ਐਜ਼ ਏ DGP। ਸੋ ਬੜੀ ਖਿੱਚੋਤਾਣ ਰਹੀ ਹੈ ਜੀ। ਬੜਾ ਮਤਲਬ ਪੰਜਾਬ ਦਾ DGP ਜਿਹੜਾ ਦਫ਼ਤਰ ਹੈ ਉਹ ਬਹੁਤ ਹੀ ਪੋਲੀਟੀਸਾਈਜ਼ ਰਿਹਾ ਹੈ। ਸੋ ਹੁਣ ਦੇਖਦੇ ਹਾਂ ਜੀ, ਲੈਟਸ ਹੋਪ ਕਿ ਹੁਣ ਥੋੜਾ ਜਿਹਾ ਸਮੂਥ ਪੀਰੀਅਡ ਆਵੇ, ਕਿਉਂਕਿ ਜਦ ਤੱਕ ਕੰਸਿਸਟੈਂਸੀ ਸਮਾਂ ਨਹੀਂ ਮਿਲੇਗਾ ਕਿਸੇ DGP ਨੂੰ ਨਾ, ਤਦ ਤੱਕ ਉਹ ਇਫੈਕਟਿਵਲੀ ਕੰਟਰੋਲ ਨਹੀਂ ਕਰ ਪਾਏਗਾ ਸਥਿਤੀ ਨੂੰ, ਗ੍ਰਿਪ ਨਹੀਂ ਉਸਦੀ ਬਣ ਪਾਏਗੀ। ਇਹਨੂੰ ਸਮਾਂ ਦੇਣਾ ਬੜਾ ਜ਼ਰੂਰੀ ਹੈ। DGP ਦੇ ਉਮੀਦਵਾਰਾਂ ਦੇ ਵਿੱਚ ਜਿਹੜੇ ਬੜੇ ਕਾਬਲ ਪੁਲਿਸ ਅਫਸਰ ਨੇ, ਗੁਰਪ੍ਰੀਤ ਸਿੰਘ ਭੁੱਲਰ, ਉਹਨਾਂ ਦਾ ਨਾਮ ਵੀ ਹੈ? ਨਹੀਂ, ਮੈਨੂੰ ਲੱਗਦਾ ਜੀ ਭੁੱਲਰ ਸਾਹਿਬ ਹਜੇ ਸ਼ਾਇਦ ਉਸ ਦੇ ਲਈ ਸ਼ਾਇਦ ਨਾ ਹੋ ਪਾਉਣ। ਥੋੜੇ ਜਿਹੇ ਯੰਗ ਹੈਗੇ ਨੇ, ਜੂਨੀਅਰ ਹੈਗੇ ਨੇ, ਲੇਕਿਨ ਯੂ ਨੈਵਰ ਨੋ, ਕਿਉਂਕਿ 6-7 ਅਫਸਰਾਂ ਦਾ ਨਾਂ ਭੇਜਣਾ ਹੁੰਦਾ ਹੈ। ਸੋ ਜੇ ਉਸ ਗ੍ਰੇਡੇਸ਼ਨ 'ਚ ਆ ਜਾਣਗੇ ਤਾਂ ਜ਼ਰੂਰ ਉਹਨਾਂ ਦਾ ਨਾਂ ਆਏਗਾ। ਲੇਕਿਨ ਐਜ਼ ਫਾਰ ਐਜ਼ ਆਈ ਰਿਮੈਂਬਰ ਉਹ ਸ਼ਾਇਦ ਇਸ ਗ੍ਰੇਡ 'ਚ ਨਹੀਂ ਆਉਣਗੇ, ਕਿਉਂਕਿ ਉਹ ਸ਼ਾਇਦ ਜਿੱਥੇ ਤੱਕ ਮੈਨੂੰ ਯਾਦ ਹੈ ਉਹ DIG ਨਹੀਂ ਅਜੇ, ਉਹ ਈਵਨ ਹਲੇ ਸ਼ਾਇਦ ਇੰਸਪੈਕਟਰ ਜਨਰਲ ਵੀ ਨਹੀਂ ਹੈਗੇ ਨੇ। ਸੋ ਕਈ ADGP ਰੈਂਕ ਦੇ ਆਫਿਸਰਸ ਹੈਗੇ ਨੇ, ਯਾਨੀ ਕਿ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਹੈਗੇ ਨੇ, ਸੀਨੀਅਰਟੀ ਵੀ ਦੇਖੀ ਜਾਂਦੀ ਹੈ। ਸੋ ਮੈਨੂੰ ਲੱਗਦਾ ਉਹਨਾਂ ਦਾ ਹਲੇ ਨੰਬਰ ਇਸ ਵਾਰ ਨਹੀਂ ਆਏਗਾ। ਜੇ ਕੁਝ ਮਹੀਨਿਆਂ ਬਾਅਦ ਉਹਨਾਂ ਦੀ ਐਲੀਜੀਬਿਲਿਟੀ ਬਣ ਜਾਏ ਤਾਂ ਵੱਖਰੀ ਗੱਲ ਹੈ, ਬਟ ਨਾਟ ਦਿਸ ਟਾਈਮ ਜਿਹੜਾ ਹੁਣ ਪੈਨਲ ਭੇਜਿਆ ਜਾਣਾ ਹੈ। ਰਿਤੇਸ਼ ਜੀ, ਅਖੀਰ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਜਿਹੜੇ ਇਹ ਮੇਜਰ ਫੈਸਲੇ ਕੀਤੇ ਜਾ ਰਹੇ ਨੇ, ਜਿਹੜਾ ਮੁੱਖ ਸਕੱਤਰ ਆ, ਚੀਫ ਸੈਕਟਰੀ ਆ, DGP ਆ, ਜਾਂ ਹੋਰ ਕਈ ਅਪੁਆਇੰਟਮੈਂਟਸ ਨੇ, ਕੀ ਇਹ ਗੱਲ ਸੱਚੀ ਹੈ ਵੀ ਇਹ ਦਿੱਲੀ ਤੋਂ ਕੇਜਰੀਵਾਲ ਕਰਦਾ, ਭਗਵੰਤ ਮਾਨ ਨਹੀਂ ਕਰਦੇ? ਜੀ ਇਹ ਕੁਛ ਡਾਇਰੈਕਟਲੀ ਤਾਂ ਕਹਿਣੀ ਮੈਨੂੰ ਲੱਗਦਾ ਥੋੜੀ ਵਾਜਬ ਵੀ ਨਹੀਂ ਹੋਏਗੀ, ਲੇਕਿਨ ਹਾਂ ਇਸਦਾ ਇੱਕ ਆਮ ਪ੍ਰਭਾਵ ਜ਼ਰੂਰ ਹੈ ਕਿ ਬਹੁਤ ਹੱਦ ਤੱਕ ਜਿਹੜੇ ਅਫਸਰਾਂ ਨੂੰ ਚੁਣਿਆ ਜਾਣਾ ਹੈ, ਲਾਇਆ ਜਾਣਾ ਹੈ, ਉਸ ਦੇ ਵਿੱਚ ਹਾਈ ਕਮਾਂਡ ਦਾ ਕਾਫੀ ਹੱਦ ਤੱਕ ਦਖਲ ਹੁੰਦਾ ਹੈ। ਹੁਣ ਇਹ ਚੀਜ਼ਾਂ ਵੈਸੇ ਤਾਂ ਦੇਖੋ ਮੁੱਖ ਮੰਤਰੀ ਦੇ ਆਰਡਰ ਦੇ ਨਾਲ ਹੀ ਸਾਰੇ ਚੋਣ ਹੁੰਦੀ। ਅੱਜ ਵੀ ਚੀਫ ਸਕੱਤਰ ਜਿਹੜੇ ਹੈਗੇ ਨੇ 21 ਦਿਨ ਦੇ ਵਿੱਚ ਪੰਜਾਬ ਦੇ ਜਿਹੜੇ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਮੁਖੀ ਗੌਰਵ ਯਾਦਵ ਅਹੁਦਾ ਸਾਂਭਦੇ ਨੇ, ਤੇ ਹੁਣ ਸ਼ਾਮ ਪੈਂਦਿਆਂ VK ਜੰਜੂਆ ਜਿਹੜੇ ਨੇ ਪੰਜਾਬ ਦੇ ਨਵੇਂ ਮੁੱਖ ਸਕੱਤਰ ਲਾਤੇ ਗਏ ਨੇ। ਇਸ ਤੋਂ ਪਹਿਲਾਂ ਅਨਿਰੁੱਧ ਤਿਵਾਰੀ ਸੀ। ਸੋ ਇਹ ਬਦਲਾਅ ਵੀ ਕੀਤਾ ਗਿਆ। ਸੋ ਮੈਨੂੰ ਲੱਗਦਾ ਵੀ ਸਰਕਾਰ ਨੇ ਸਮਾਂ ਦਿੱਤਾ ਅਨਿਰੁੱਧ ਤਿਵਾਰੀ ਵਗੈਰਾ ਨੂੰ, ਲੇਕਿਨ ਮੈਨੂੰ ਲੱਗਦਾ ਵੀ ਸ਼ਾਇਦ ਪ੍ਰਭਾਵ ਇਹ ਗਿਆ ਵੀ ਹਲੇ ਚੀਜ਼ਾਂ ਦੇ ਉੱਤੇ ਕੰਟਰੋਲ ਨਹੀਂ ਹੋ ਪਾ ਰਿਹਾ। ਲੇਕਿਨ ਇਹ ਚੀਜ਼ ਨੂੰ ਆਪਾਂ ਮਤਲਬ ਡਾਇਰੈਕਟਲੀ ਕਹੀਏ, ਮੈਨੂੰ ਲੱਗਦਾ ਵੀ ਉਹ ਇੱਕ ਪ੍ਰਭਾਵ ਜ਼ਰੂਰ ਹੈ। ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ, ਤੇ ਅਸੀਂ ਵੀ ਇਹ ਚੀਜ਼ ਮਹਿਸੂਸ ਕਰਦੇ ਹਾਂ ਕਿ ਬਹੁਤ ਸੀ ਅਪੁਆਇੰਟਮੈਂਟਸ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਹਾਈ ਕਮਾਂਡ ਦਾ ਦਖਲ ਬਹੁਤ ਵੱਡੇ ਪੱਧਰ 'ਤੇ ਹੈ। ਸੋ ਮੁੱਖ ਮੰਤਰੀ ਕਿੰਨੇ ਕੁ ਖੁਦ ਮੁਖਤਿਆਰ ਨੇ ਇਹਨਾਂ, ਕਿਉਂਕਿ ਕਾਂਗਰਸ ਦੀ ਸਰਕਾਰ ਦੇ ਦੌਰਾਨ ਤਾਂ ਤੁਹਾਨੂੰ ਪਤਾ ਉਹ ਤਾਂ ਸ਼ਰੇਆਮ ਆਪ ਹੀ ਦੱਸਦੇ ਰਹਿੰਦੇ ਸੀ ਕਿ ਜੀ ਇਹਦਾ ਫੈਸਲਾ ਦਿੱਲੀ ਤੋਂ ਹੋਣਾ। ਦਿੱਲੀ ਜਾ ਕੇ ਉਹਨਾਂ ਦੇ ਤਾਂ ਗੇੜੇ ਮਾਰਦਿਆਂ ਦੇ ਜੁੱਤੀਆਂ ਘਸ ਗਈਆਂ, ਦਿੱਲੀ। ਸੋ ਉਹ ਤਾਂ ਸਾਰੀਆਂ ਹੀ ਵੱਡੀਆਂ ਅਪੁਆਇੰਟਮੈਂਟਸ ਉੱਥੋਂ ਕਰਦੇ ਸਨ। ਹੁਣ ਵੀ ਫਿਰ ਤਕਰੀਬਨ ਉਸ ਤਰ੍ਹਾਂ ਦਾ ਹੀ ਮਾਹੌਲ ਹੈ। ਨਹੀਂ, ਉੱਥੇ ਫਰਕ ਸੀ ਜੀ, ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਆਪਾਂ ਸ਼ਾਇਦ ਸਮੇਂ ਦੀ ਤੁਸੀਂ ਗੱਲ ਕਰ ਰਹੇ ਹੋ, ਕਿਉਂਕਿ ਜ਼ਿਆਦਾਤਰ ਤਾਂ ਕਮਾਨ ਉਹਨਾਂ ਦੇ ਹੱਥ 'ਚ ਰਹੀ ਹੈ। ਉਹਨਾਂ ਦਾ ਉੱਥੇ ਰੌਲਾ ਇਹ ਸੀ ਵੀ ਦਿੱਲੀ ਹਾਈ ਕਮਾਨ ਤੋਂ ਪੋਲੀਟੀਕਲ ਫੈਸਲੇ ਹੁੰਦੇ ਸੀ, ਯਾਨੀ ਕਿ ਤੁਸੀਂ ਟਿਕਟਾਂ ਕਿਹਨੂੰ ਦੇਣੀਆਂ ਨੇ ਇਲੈਕਸ਼ਨਾਂ ਦੇ ਵਿੱਚ, ਅਹੁਦੇ ਕਿਹਨੂੰ ਦੇਣੇ ਨੇ, ਅਹੁਦੇਦਾਰੀਆਂ ਕਿਹਨੂੰ ਦੇਣਾ, ਪ੍ਰਧਾਨ ਕਿਹਨੂੰ ਲਾਉਣਾ ਹੈ, ਜ਼ਿਲ੍ਹੇ ਦੇ ਜਿਹੜੇ ਡਿਸਟ੍ਰਿਕਟ ਕਾਂਗਰਸ ਪ੍ਰੈਜ਼ੀਡੈਂਟ ਨੇ, ਇਹੋ ਜਿਹੀਆਂ ਚੀਜ਼ਾਂ ਸੀਗੀਆਂ। ਜਿੱਥੇ ਤੱਕ ਐਡਮਿਨਿਸਟ੍ਰੇਸ਼ਨ ਦੀ ਗੱਲ ਸੀ ਉੱਥੇ ਤੱਕ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਫੁੱਲ ਗ੍ਰਿਪ ਸੀ। ਐਡਵੋਕੇਟ ਜਨਰਲ ਕਿਹੜਾ ਲੱਗੇਗਾ, ਚੀਫ ਸਕੱਤਰ ਕਿਹੜਾ ਲੱਗੇਗਾ, DGP ਕਿਹੜਾ ਲੱਗੇਗਾ। ਹੀ ਵਾਜ਼ ਅ ਵੈਰੀ ਸਟਰੋਂਗ ਹੈਡਡ ਪਰਸਨ, ਤੇ ਉਹਨਾਂ ਨੇ ਉਸ ਮਾਮਲੇ 'ਚ ਕਦੇ ਕਾਂਗਰਸ ਦੇ ਉੱਤੇ, ਅਕਾਲੀ ਦਲ ਦੇ ਉੱਤੇ ਖੈਰ ਨਹੀਂ ਲੱਗਣਾ ਹੁੰਦਾ, ਅਕਾਲੀ ਦਲ ਦੀ ਤਾਂ ਕੋਈ ਹਾਈ ਕਮਾਨ ਉਸ ਲੈਵਲ ਦੀ ਹੈ ਨਹੀਂ ਹੈ, ਲੇਕਿਨ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੇ ਮੈਨੂੰ 2002 ਤੋਂ 7 ਵੀ ਯਾਦ ਹੈ, ਤੇ 17 ਤੋਂ 22 ਵੀ ਯਾਦ ਹੈ, 21
ਤੇ ਇਹਨਾਂ ਦੌਰਾਨ ਚ ਮੈਨੂੰ ਨਹੀਂ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਨੇ ਉੱਤੋਂ ਡਿਕਟੇਟ ਕੀਤਾ ਹੋਵੇ ਵੀ ਤੁਸੀਂ ਆਹ ਡੀਜੀਪੀ ਲਾਓ, ਤੇ ਕੈਪਟਨ ਅਮਰਿੰਦਰ ਸਿੰਘ ਦੀ ਮਰਜ਼ੀ ਤੋਂ ਬਗੈਰ ਜਾਂ ਉਹਨਾਂ ਦੀ ਨਾ ਚਾਹੁੰਦਿਆਂ ਹੋਇਆ ਕੋਈ ਐਸਾ ਲੱਗ ਪਾਵੇ। ਇਸ ਤੇ ਸਰਕਾਰ ਦੇ ਵਿੱਚ ਅਜਿਹਾ ਪ੍ਰਭਾਵ ਨਹੀਂ ਹੈ। ਐਂ ਲੱਗਦਾ ਵੀ ਸ਼ਾਇਦ ਮੁੱਖ ਮੰਤਰੀ ਕੁਝ ਹੋਰ ਕਰਨਾ ਚਾਹੁੰਦੇ ਨੇ, ਲੇਕਿਨ ਉਹ ਬਥੇਰੇ ਲੋਕਾਂ ਨੂੰ ਲਾ ਨਹੀਂ ਪਾ ਰਹੇ। ਉਹਦੇ ਵਿੱਚ ਇੱਕ ਬੜਾ ਇੰਪੋਰਟੈਂਟ ਡਿਸੀਜਨ ਹੈ ਜਿਹੜਾ ਕੱਲ ਕੈਬਨਿਟ ਐਕਸਪੈਂਸ਼ਨ ਹੋਈ ਹੈ 2 ਦਿਨ ਪਹਿਲਾਂ, ਤੇ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ ਜਿਵੇਂ ਨਹੀਂ ਕੋਈ ਪੋਰਟਫੋਲੀਓ ਦਿੱਤਾ ਗਿਆ, ਤੇ ਇਸ ਬਾਤ ਨੂੰ ਲੈ ਕੇ ਆਮ ਲੋਕਾਂ ਦੇ ਮਨਾਂ ਵਿੱਚ ਸਵਾਲ ਹੈ ਵੀ ਨਵੇਂ ਚਿਹਰੇ, ਅਨਮੋਲ ਗਗਨ ਮਾਨ ਵਰਗੇ ਜਿਹੜੇ ਲੀਡਰ ਹੈਗੇ ਨੇ, ਬਥੇਰੇ ਐਸੇ ਲੀਡਰ ਜਿਹੜੇ ਫਸਟ ਟਾਈਮਰ ਨੇ ਜਾਂ ਜਿਵੇਂ ਸੈਕਿੰਡ ਟਾਈਮਰ ਹੋਣਗੇ, ਜਿਨ੍ਹਾਂ ਦਾ ਨਾਂ ਨਹੀਂ ਸੁਣਿਆ, ਕੋਈ ਤਜਰਬਾ ਨਹੀਂ, ਉਹਨਾਂ ਨੂੰ ਮਹਿਕਮੇ ਦੇ ਦਿੱਤੇ ਗਏ, ਮੰਤਰੀ ਬਣਾਤਾ ਗਿਆ, ਲੇਕਿਨ ਕੁੰਵਰ ਵਿਜੇ ਪ੍ਰਤਾਪ ਈਵਨ ਪ੍ਰੋਫੈਸਰ ਬਲਜਿੰਦਰ ਕੌਰ ਵਰਗਿਆਂ ਨੂੰ ਅਜੇ ਤੱਕ ਥਾਂ ਨਹੀਂ ਦਿੱਤੀ ਗਈ ਹੈ। ਸੋ ਐਵੇਂ ਦੇ ਜਿਹੜੇ ਸਵਾਲ ਹੈ ਤਾਂ ਸ਼ਾਇਦ ਖੁਦ ਭਗਵੰਤ ਮਾਨ ਚਾਹੁੰਦੇ ਹੋਣ ਵੀ ਇਹਨਾਂ ਨੂੰ ਥਾਂ ਮਿਲੇ, ਲੇਕਿਨ ਸ਼ਾਇਦ ਉੱਤੋਂ ਕੋਈ ਐਸੀ ਗੱਲਬਾਤ ਹੈ ਜੋ ਕਿ ਇਹਨਾਂ ਨੂੰ ਨਹੀਂ ਕੈਬਨਿਟ ਚਾਹੁੰਦੀ। ਤੇ ਇਸ ਤੋਂ ਇਲਾਵਾ ਬਿਊਰੋਕਰੇਸੀ, ਇਹ ਪਹਿਲਾ ਪ੍ਰਭਾਵ ਹੈ ਜਦੋਂ ਬਿਊਰੋਕਰੇਸੀ ਦੀ ਸਿਲੈਕਸ਼ਨ ਨੂੰ ਲੈ ਕੇ ਵੀ ਇਹ ਇੱਕ ਇੰਪ੍ਰੈਸ਼ਨ ਜਾ ਰਿਹਾ ਕਿ ਸ਼ਾਇਦ ਫੈਸਲੇ ਕੇਂਦਰ ਹੀ ਕਰ ਰਿਹਾ ਹੈ, ਯਾਨੀ ਕਿ ਸੈਂਟਰਲ ਹਾਈ ਕਮਾਂਡ ਆਮ ਆਦਮੀ ਪਾਰਟੀ ਦੀ। ਬਟ ਇਹ ਸਾਰੀਆਂ ਚੀਜ਼ਾਂ ਮਤਲਬ ਆਪਾਂ ਉਹਨੂੰ ਤਸਦੀਕ ਨਹੀਂ ਕਰ ਸਕਦੇ, ਕਿਸੇ ਚੀਜ਼ ਨੂੰ ਵੀ ਸਬਸਟੈਂਸ਼ੀਏਟ ਨਹੀਂ ਕੀਤਾ ਜਾ ਸਕਦਾ। ਇਹ ਸਿਰਫ ਇੰਪ੍ਰੈਸ਼ਨਸ ਦੀ ਗੱਲਬਾਤ ਹੈ, ਇਹ ਸੋਚ ਦੀ ਗੱਲਬਾਤ ਹੈ, ਪ੍ਰਭਾਵ ਦੀ ਗੱਲਬਾਤ ਹੈ। ਰਤੇਸ਼ ਜੀ ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਸਮਾਂ ਦੇਣ ਲਈ। ਥੈਂਕ ਯੂ। ਧੰਨਵਾਦ ਜੀ।